ਚਿਰ ਉਹ ਨਹੀਂ ਛੁੱਟਦਾ ਜਦ ਤੱਕ ਉਹਦੇ ਪੈਸੇ ਨਾ ਦਿੱਤੇ ਜਾਣ। ਇਹ ਬੱਚਾ ਇਹਦੇ ਵਿੱਚ ਗਿਰਾਓ ਆ, ਇਹ ਉਹਦੀ ਬਚਾਓ ਦੀ ਵੀ ਸੂਰਤ ਹੈ। ਔਰ ਕਿਆਮਤ ਦੇ ਦਿਨ ਵੀ ਉਹੋ ਹੀ ਬੱਚੇ ਸਿਫਾਰਿਸ਼ ਕਰ ਸਕਣਗੇ ਆਪਣੇ ਮਾਂ ਬਾਪ ਦੀ ਜਿਨ੍ਹਾਂ ਦਾ ਅਕੀਕਾ ਹੋਇਆ। ਜਿਨ੍ਹਾਂ ਮਾਲਦਾਰ ਹੁੰਦਿਆਂ ਨਹੀਂ ਨਾ ਕੀਤਾ, ਮੁਜਰਮ ਬਹੁਤ ਬੁਰਾ ਕੀਤਾ, ਉਹਨਾਂ ਨੇ ਕਰਨਾ ਚਾਹੀਦਾ। ਅਕੀਕਾ 'ਤੇ ਹੈ, ਅਤੇ ਅਕੀਕਾ ਆਂਦੇ ਕਿਉਂ ਇਹਨੂੰ ਸਮਝ ਲਓ। ਅਕੀਕਾ ਅਸਲ ਅਰਬੀ ਜ਼ਬਾਨ 'ਚ ਉਹ ਸਿਰ ਦੇ ਵਾਲ ਜਿਹੜੇ ਨਾ, ਜਿਹੜਾ ਬੱਚਾ ਜੰਮਦਾ ਤਾਂ ਉਹਦੇ ਸਿਰ 'ਤੇ ਵਾਲ ਹੁੰਦੇ ਆ, ਉਹਨਾਂ ਨੂੰ ਅਸੀਂ ਆਪਣੀ ਬੋਲੀ 'ਚ ਆਨੇ ਝੰਡ, ਕਿ ਬੱਚੇ ਦੇ ਸਿਰ 'ਤੇ ਝੰਡ ਹੈ। ਉਹ ਝੰਡ ਨੂੰ ਅਰਬੀ ਜ਼ਬਾਨ 'ਚ ਅਕੀਕਾ ਕਿਹਾ ਜਾਂਦਾ। ਇਹਦਾ ਨਾਂ ਅਕੀਕਾ ਕਿਉਂ ਰੱਖਿਆ ਗਿਆ? ਅਸਲ ਨਾਂ ਇਹਦਾ ਦਮੋ ਅਕੀਕਾ, ਕਿ ਉਹ ਝੰਡ ਲਵਾਈ ਦਾ ਜਾਨਵਰ। ਪੂਰਾ ਨਾਂ ਜਿਹੜਾ ਉਹ ਝੰਡ ਜਿਸ ਵੇਲੇ ਲਵਾਉਣੀ ਹੈ 7ਵੇਂ ਦਿਨ ਦਾ ਹੋ ਜਾਏ ਖੈਰ ਖੈਰਾਂ ਨਾਲ ਵਾਲ ਮਨਾਓ, ਉਸ ਮੌਕਾ 'ਤੇ ਜਾਨਵਰ ਦਾ ਕਰੋ। ਇਸ ਤੋਂ ਇਹ ਉਸ ਸ਼ੁਕਰਾਨੇ 'ਚ ਵੀ ਅਲਹਮਦੁਲਿਲਾ ਬੱਚਾ 7 ਦਿਨਾਂ ਦਾ ਹੋ ਗਿਆ, ਅੱਜ ਉਹਦੇ ਸਿਰ ਦੇ ਵਾਲ ਸਾਫ਼ ਹੋਣੇ। ਅਸਲ 'ਚ ਅਕੀਕਾ ਉਹਦਾ ਨਾਂ, ਇਹ ਦਮੇ ਅਕੀਕਾ, ਕਿ ਉਹ ਝੰਡ ਲਵਾਈ ਦੇ ਮੌਕਾ 'ਤੇ ਖੂਨ ਪਾਉਣਾ ਅੱਲਾ ਨੂੰ ਪਸੰਦ ਹੈ। ਔਰ ਇਹ ਵੀ ਹੈ ਨੇਕੀ ਕਿ ਅੱਲਾ ਤੌਫੀਕ ਦਿੱਤੀ ਹੋਵੇ ਤਾਂ ਵਾਲ ਜਿਹੜੇ ਨਾ ਉਹ ਲੈ ਕੇ ਤੋਲਣੇ ਚਾਹੀਦੇ ਆ, ਔਰ ਉਹਨਾਂ ਦੇ ਬਰਾਬਰ ਚਾਂਦੀ ਸਦਕਾ ਕਰਨੀ ਚਾਹੀਦੀ। ਚਾਂਦੀ ਆਉਣੀ ਕੀਮਤ ਜਿਹੜੀ ਦੇਣੀ, ਇਹ ਵੀ ਸੁਨਤ ਹੈ ਕਿ ਸਿਰਫ ਜਾਨਵਰ ਜ਼ਬਾ ਨਾ ਕਰੋ, ਸਿਰ ਦੇ ਵਾਲਾਂ ਦੇ ਬਰਾਬਰ ਚਾਂਦੀ ਵੀ ਸਦਕਾ ਕਰੋ। ਰਸੂਲ ਕਰੀਮ ਅਲੈਹਿ ਸਲਾਮ ਨੇ ਹਜ਼ਰਤ ਫਾਤਮਾ ਰਜ਼ੀ ਨੂੰ ਫਰਮਾਇਆ ਜਦੋਂ ਹਸਨ ਹੁਸੈਨ ਪੈਦਾ ਹੋਏ ਕਿ ਇਹਨਾਂ ਦੇ ਸਿਰ ਦੇ ਵਾਲਾਂ ਦੇ ਬਰਾਬਰ ਚਾਂਦੀ ਵੀ ਸਦਕਾ ਕਰੋ, ਉਹ ਵੀ ਕਰਨੀ ਚਾਹੀਦੀ। ਇਹ ਤਾਂ ਹੈ ਅਕੀਕੇ ਦੀ ਹਕੀਕਤ ਕਿ ਅਸਲ 'ਚ ਉਹ ਸਿਰ ਦੇ ਵਾਲਾਂ ਦਾ ਨਾਂ ਹੈ। ਉਸ ਦਿਨ ਮੁੰਡੇ ਜਾਂਦੇ ਆ, ਸ਼ੁਕਰਾਨੇ ਦੇ ਤੌਰ ਜ਼ਬਾ ਕਰਨ ਦਾ ਹੁਕਮ ਹੈ। ਅਤੇ ਮਿਲਤ ਇਬਰਾਹੀਮੀ ਦਾ ਸ਼ਿਆਰ, ਬੁੱਤ ਪ੍ਰਸਤ ਲੋਕ ਜਿਹੜੇ ਨਾ ਉਹ ਲੈ ਜਾਂਦੇ ਦਰਬਾਰਾਂ 'ਤੇ ਕਿ ਮੁੰਡਾ ਜੰਮਿਆ, ਪੀਰਾਂ ਦੀ ਮਿਹਰਬਾਨੀ। ਅੱਲਾ ਦੇ ਰਸੂਲ ਨੇ ਆਖਿਆ ਤੁਸੀਂ ਇਬਰਾਹੀਮ ਖਲੀਲ ਦੀ ਉਮਤ ਉਸ ਮਿਲਤ ਤੋਂ, ਇਸ ਤੋਂ ਰੱਬ ਦੇ ਨਾਂ 'ਤੇ ਦਿਓ ਵੀ ਇਹ ਰੱਬ ਸਾਨੂੰ ਦਿੱਤਾ ਤਾਂ ਉਹਦੇ ਨਾਂ ਦੀ ਇੱਕ ਨਿਆਜ਼ ਦਿਓ। ਇਹ ਸ਼ੁਕਰਾਨੇ ਦਾ ਬੱਚਾ ਹਕੀਕਤ ਹੈ। 7 ਦਿਨ ਤੱਕ ਸੁਨਤ ਹੈ, 7 ਦਿਨ ਤੱਕ ਨਹੀਂ 7ਵੇਂ ਦਿਨ ਸੁਨਤ ਹੈ। ਇਹ ਨਹੀਂ ਕਹਿਣਾ ਚਾਹੀਦਾ 7 ਦਿਨ ਤੱਕ, ਇਹਦਾ ਤਾਂ ਮਤਲਬ ਹੈ ਭਾਵੇਂ ਪਹਿਲੇ ਦਿਨ ਕਰ ਲਓ, ਤੱਕ ਦਾ ਦੂਜੇ ਨਾ, 7ਵੇਂ ਦਿਨ ਗਿਣ ਕੇ ਕਿ ਬੱਚਾ ਕਿਦਨ ਪੈਦਾ ਹੋਇਆ, ਉਹ ਤੋਂ ਜਿਹੜਾ 7ਵਾਂ ਦਿਨ ਬਣੇ ਉਸ ਤੋਂ ਅੱਗੇ ਪਿੱਛੇ ਨਹੀਂ। ਜਿਵੇਂ ਜੁਮਾ ਅੱਜ ਹੀ ਹੈ ਨਾ, ਇਹ ਕੱਲ੍ਹ ਨੂੰ ਪੜ੍ਹੋ ਜਾਂ ਬੁੱਧ ਵਾਲੇ ਦਿਨ ਪੜ੍ਹੋ ਤਾਂ ਫਿਰ ਜੁਮਾ ਕੋਈ ਨਹੀਂ ਹੋ। ਅਤੇ ਇਹਦਾ 7ਵਾਂ ਦਿਨ ਯਾਦ ਰੱਖੋ। ਕੋਈ ਨਹੀਂ ਕਹਿਣਾ ਵੀ ਬੀਵੀ ਹੈ ਨਹੀਂ ਇੱਥੇ, ਜੇ ਬੱਚਾ ਹੈ ਨਹੀਂ ਇੱਥੇ, ਸਭ ਪਖੰਡ ਹੈ। ਉਹ ਜਿੱਥੇ ਮਰਜ਼ੀ ਹੈ ਜਾਨਵਰ ਜ਼ਬਾ ਕਰ, 7ਵਾਂ ਦਿਨ ਲੰਘਦਾ ਪਿਆ, ਮੁੜ ਕੇ ਤੂੰ ਅਕੀਕਾ ਕਿੱਥੋਂ ਕਰਨਾ? 7ਵੇਂ ਦਿਨ ਹਜ਼ੂਰ ਨੇ ਫਰਮਾਇਆ, ਨਾ 14 ਨਾ 21 ਕੁਛ ਨਹੀਂ, ਸਭ ਐਵੇਂ ਜ਼ਈਫ ਰਵਾਇਤਾਂ। 7ਵੇਂ दिन करो जैसी तौफीक, नहीं तो अल्लाह दे हवाले। अगर बाद में किया जाए तो क्या सुन्नत रहती? अकीका नहीं रहिंदा सदका। जिवें रसूल करीम अलैहि सलाम फरमाया सदका फितर जिहड़ा ईद छोटी जी वो नमाज़ों पहलां दे दिओ तो सदका फितर है, बाद दिओ तो सदकियां दी सदका खैरात तो है ही, मगर फिर वो सदका फितर नहीं। अकीका अगर 7वें दिन नहीं तो अकीका नहीं, उन्होंने कहना अल्लाह वास्ते देंदे जो देंदे फिरो। गाय में 7 अकीके किए जाते हैं या नहीं? बिल्कुल नहीं। गाय ज़बा ही नहीं करनी चाहिए अकीके, ना ऊँट ना गाय ना 7 ना 1, ये जानवर का ना ही नहीं लेना चाहिए। ना अल्लाह के रसूल ने सारी उम्र च अकीके कभी जिक्र किया। कुरबानी लो एवं गवेड़ ला लिया ब कुरबानी 7 होंगे जो 7 रला लो, कोई आंदा 2 करो, ये सारी मुसीबत आप गल पाई। दुम्बा या बकरा बस कबशान एहो करने चाहिए। बच्चा तो 2 करो रब तौफीक दी है, 2 नहीं कर सके चलो 1 भी, कई साहबा और दूसरे ने 1 भी किया, कोई नहीं, बच्ची का 1। ਇਹ ਅਕੀਕੇ ਦੇ ਸਵਾਲ ਤੇ ਗਏ ਜੇ ਖਤਮ ਹੋ ਕਿ ਅਕੀਕਾ ਹੈ ਕਿਉਂ, ਇਹ ਨਾਂ ਕਿਉਂ ਰੱਖਿਆ, 7ਵੇਂ ਦਿਨ ਕਰਨਾ, ਬਾਅਦ ਚ ਤਾਂ ਫਿਰ ਖੈਰਾਤ ਹੀ ਹੈ। ਔਰ ਇਹ ਕਰਨਾ ਸਿਰਫ ਬੱਕਰਾ ਛੱਤਰਾ, ਕੋਈ ਹੋਰ ਜਾਨਵਰ ਨਹੀਂ ਕਰਨੇ। ਇਹ ਊਂਟ ਗਾਈਆਂ ਦੇ ਚੱਕਰ ਚ ਐਵੇਂ ਪੈਂਦੇ ਫਿਰ ਆਪੇ ਰੌਲੇ 'ਚ ਪੈ ਗਏ। ਕੁਛਾਂ ਦੇ 7 ਬਣ ਜਾਂਦੇ ਹਿੱਸੇ ਕੁਰਬਾਨੀ, ਕੁਛਾਂ ਦੇ ਨਹੀਂ। ਜੇ ਪੰਗਾ ਲਿਆ ਤਾਂ 2 ਗਾਈਆਂ ਇੱਕ ਵੱਲੋਂ ਕਰ ਤੇ 2 ਊਂਟ ਇੱਕ ਵੱਲੋਂ ਕਰ, 2 ਜਾਨਾਂ ਦੇ, ਫਿਰ ਮੁਸੀਬਤ। ਤੁਸੀਂ ਇਸ ਚੱਕਰ 'ਚ ਪੈ ਕਿਉਂ ਜੀ? ਉਹ ਜਾਨਵਰ ਕਰੋ ਜਿਹੜੇ ਅੱਲਾਹ ਦੇ ਰਸੂਲ ਨੇ ਕੀਤੇ, ਬੱਕਰੇ ਛੱਤਰੇ। नहीं कोई उम्र, ये कुरबानी ये अकीके के जानवर नहीं, कोई पाबंदी नहीं जी कुरबानी ली, ना ये सिंह ना टुटा हो, कन ना ना उम्र है। ये अपनी हैसीयत के मुताबिक चंगे तो चंगा देना चाहिए, अल्लाह के नाम से देना। वो पाबंदियाँ ने, कुरबानी जी कोई शर्त नहीं इतने लागू होंगी। जिदा के मर्जी जानवर दबा कर, छोटे करे वड्डे करे, उंज कमीनापन करे तो फिर अल्लाह ने की मंजूर करना? जिन्नी हैसीयत उसके मुताबिक जोर ला। जिमें हज़रत उरवा बिन ज़ुबैर फरमाउंदे सी भी जिस बंदे नूं तोहफा देईए, कोई लैके जाइए शायद मैं उन्होंने पेश करनी, वो 2 शैयां वेखी दी, जिन्होंने पेश करनी उन्होंने वेखी दा कि किड्डा। हुण एक वक्त का सुल्तान है, तू उत्ते लै जा एक छड़ी जी चलाओ जी हजूर, ये तौहीन नहीं होगी। तो दूजे पासे देण वाले नूं अपनी हैसीयत वेखनी चाहिए। माड़ा तो कोई गल नहीं, अगर वो चंगा पड़ा तो अल्लाह के नाम से नकम्मी शायद तो अल्लाह को मेरे नाल ठट्ठा करना,
ਇਹ ਮੇਰੀ ਦਰਬਾਰ ਤੋਂ ਦੇਣ ਵਾਲਾ ਵੀ ਆਪਣੀ ਪੋਜੀਸ਼ਨ ਵੇਖੇ, ਉਧਰੋਂ ਰੱਬ ਦੀ ਬਾਰਗਾਹ ਵੇਖੇ ਕਿ ਉਹਦੇ ਨਾਂ 'ਤੇ ਦੇਣਾ ਆਲਾ ਦੁਆਲਾ, ਮਗਰ ਪਾਬੰਦੀਆਂ ਨਹੀਂ ਉਹ ਜਿਹੜੀਆਂ ਕੁਰਬਾਨੀ। ਇਹ ਦੂਜੇ ਸਵਾਲ حضرت اسماعیل علیہ السلام کے بارے کہ حضرت اسماعیل علیہ السلام کی جگہ جو جانور ذبح ہوا اس کا گوشت کس نے کھایا؟ نہ ہوں ایک گل اللہ نے قرآن دسی ہے نہ وہ رسول نے دسی، ٹامک ٹوئی مارنی نا، میں ٹامک ٹوئی کی بجائے صاف ہوں نا، بھی اتنے بندے ہے نہیں۔ اسماعیل علیہ السلام نے جدو آپ چھڈ کے گئے چشمہ ہو گیا جاری، تو یمن کا سارا قبیلہ بنو جرم آ کے اما حاجرہ کو اجازت لے کے اتنے وس پیا، چنگی بھلی مکے کی آبادی ہو گئی سی، گوشت کتنے ایویں سٹنا سی، وہ بندے ہے نہیں سی، پہلاں دی گل ہوندی نا، دادی ہوندا یہ جس وہ چشمہ جاری ہویا، پرندے اڑے، ایک قافلہ گزر رہا سی سوداگراں دا، انہاں ویکھیا بھی اتنے کدی کوئی پرندہ ہویا ہی نہیں، پانی کوئی نہیں نہ اتنے آبادی، انہاں آدمی بھیجیا صحیح بخاری جو انہیں ویکھیا ایک عورت بیٹھی ہے، بچہ کول ہے، چشمہ جاری، انہیں گل جسے سنی سارا معاملہ، انہوں نے جا کے دوجیاں نوں سرداراں نوں دسیا، یمن چوں آئے سی، انہاں پھر پوچھیا آ کے اماں نوں جے تو اجازت دیں، عرب چ اتنے ڈیرے لاؤندے سی، کوئی پانی شانی ہوئے، کوئی کھجوراں دے باغ ہون، بھی اتنے چشمے تے سانوں وہ اگے چاہندیاں، میں اجاڑ چ بیٹھی ہاں، انہاں آکھیا بڑی خوشی نہ رہو، مگر یہ چشمہ جڑا اتنے قبضہ نہیں تہاڈا ہونا، یہ میں تے میری اولاد جی ہون گے متولی، بیٹھ جاؤ۔ وہ پھر برو جنہاں واد ہو گئے، انہاں اسماعیل علیہ السلام نے پرورش پائی، اللہ نے سبب بناتا کہ اسماعیل علیہ السلام نے عرب تبلیغ کرنی تھی، باپ دی زبان عربی نہیں سی، ابراہیم علیہ السلام دی زبان عراقی سی، کلدانی، یہ عربی جو نہ انہوں آتی ہے نا اتنے جن کی دسنا، اللہ نے ایڈا چھوٹا جہا پہنچا بھی وہ یمنی بھیج دیتے، وہ عربی بہت زیادہ بولتے، انہوں نے پڑھیا، عربی زبان کا بہت بڑا ماہر ہو گیا، انہوں کی شادی ہوئی، پہلی نوں طلاق دیتی، مڑ کے دوجی بھی انہوں نے کی، یہ سارے انتظام اللہ نے کیتے، اس تو فکر مند ہونے کی کہڑی لوڑ ہے، وہ گوشت کدھر گیا، وہ بنو جرم آئی حاضرہ سارے اتنے خیری میری سی، اسماعیل علیہ السلام مبارک سی، اس تو ایویں نا وہم تے پین کی لوڑ نہیں، آبادی سی مکہ اسے چنگا بڑا آباد ہو گیا سی، گوشت ٹھیک ٹھاک ٹھکانے لگ گیا۔ اچھا دوجی گل ہے حضرت اسماعیل علیہ السلام کی ذبح کے وقت عمر کتنی تھی؟ یہ واقعی رب رسول نہیں دسیا، مگر نال ساڈے کوئی ذریعہ علم دا ہے صاحب، انہوں اسی ایویں پیچھے بھی نہیں سٹ سکتے کہ موسیٰ علیہ السلام دی جڑی تورات ہے نا وہ بھی چلی آؤندی، وہ سارا کوئی یہودیاں نے رد و بدل نہیں کرتا، دو چار مقام ہون گے جتنے انہوں دا الو سیدھا، باقی انہوں نے کیوں بدلنا؟ انہوں 13 سال عمر لکھی کہ اس وے حضرت ابراہیم علیہ السلام 86 سال دی عمر چ اللہ نے بیٹا دیتا، اینی گل تے قرآن بھی آؤندی نا، فلما بلغا ماہ سایہ، جدوں اس عمر نوں پہنچ گئے انہوں دے نال نٹ پج کرتے سی، کام کرن جوگے ہو گئے، 13 سال عمر، اس وے پھر حکم آیا تے ذبح کیتا جی۔ اسماعیل علیہ السلام اور حضرت ابراہیم اس وقت کس جگہ مقیم تھے؟ مقیم مکے جی، مکے جی، پھر وہ قربانی کا جڑا دستور سی چلیا، اللہ نے وہ سنت جاری کر دی، قیامت تک اتنے ہی کرو، جی اتنے شام سے ہوں جی یہودی لوگ آتے ہیں جی شام سے آؤ حضرت اسحاق کی قربانی، تو شام پھر کوئی رسم چلتی نا، بھاویں تسی یہودی سی پھر اتنے حضرت اسحاق کی قربانی دیا کر دے، کچھ بھی نہیں، دشمنی نہ تسی حضرت اسماعیل نہ ویر کر دے جے جی قربانی ہوئی سی اس شہر چ لکھاں دی تعداد چھوڑی، وہ سنت جڑی زندہ اللہ پاک فرماؤندا کہ اسی آن والیاں نسلاں چ باقی رکھ دیتا انہوں کہ ہن ختم نہیں ہونی چاہیے، یادگار رہے۔ تو مکہ بچہ ماں کے پیٹ میں فوت ہو گیا، اس کو قبرستان میں دفن کرنا، یہ باہر باقی یہ بھی گل زنانیاں جو مشہور ہے نا، بچہ فوت ہو جائے نا تو پھر آدیاں نہ یہ گھر چ دفن کر دیو، نہیں مسئلہ نہیں ہے کوئی، مسئلہ بالکل ٹھیک ہے بھی جتنا قبرستان ہور دفن کرو، یہ چھوٹے نے بھی دفن کرو، مگر ایک گل سوچتی ہیں کئی لوگ جڑے نا پھر ایویں دعائی مچاؤندے بھی یہ بچہ مر گیا جی، یہ تو منحوس ہے، کم وقت لوگ جو ہے ہندو اس تو آدھے بھی یار اتنا چرچا نہ کرو، چلو فوت ہو گیا تو گھر چپ چان کر کے دفن کر دیو، مسئلہ نہیں ہے کوئی، بالکل مسئلے کے مطابق انہوں قبرستان دفن کر سکتے ہیں، کسی نے منع نہیں کیتا، کسی مذہب سے نہیں، جائز۔ اس بارے بھی یاد رکھنا چاہیے زیادہ عالم تے آندے بچہ اگر پیدا زندہ نہیں نہ ہویا، انہیں کوئی ساہ نہیں لیا یا چیخ نہیں ماری تو وہ جنازہ نہیں پڑھنا چاہیے، مگر صحیح ہے بھی 4 مہینے تو بعد پاویں ماں دے پیٹ چ ہی مر جائے نا تو پاویں مردہ جمے وہ جنازہ پڑھنا چاہیے، کیونکہ وہ زندہ ہو کے مریا، 4 مہینے تو بعد جان وہ پی گئی سی، پھر وہ فوت ہویا۔ امام احمد ابن حنبل رحمۃ اللہ علیہ جڑی گل کی یہ اٹھے اس کہ بچہ جڑا وہ ٹھیک ہے، جس روایت چاہتا کہ اگر وہ چیخیا نہیں، یہ بھی ہے یہ ضعیف، اے پکی گل ہے کہ 4 مہینے تو بعد اگر وہ گریا یا پیٹ چ ہی مر گیا تو وہ جنازہ پڑھ جائے۔ یہ نال مسئلہ بھی بیان کر ہور کوئی گل ہے تو میرے بھائیوں کے سوال تو ہو گئے ختم، جی انہوں تو کسی کے ذہن کچھ ہے گل تو پوچھ لو، کیوں حاجی صاحب کدھر گئے؟ جے کوئی دوستوں کے ذہن ہے تو پوچھ لین، ہاں اللہ برکت دے، خیر نہ رکھے۔ جی
ਈਸ਼ਾ ਐਨ ਇਹ ਸ਼ੀਨ ਤਰੀਨ ਹੋਗੀ ਜन्नत मज़े की ज़िंदगी गुजारेगी। ईशा ईशल नहीं पढ़िया, वेख लेने कोई लफ्ज़ लिखा भी है किसी के नहीं। और महमूद सब खरीद बड़ी खुशी हुई, अल्लाह खैर ना रखे, मेहरबानी फिर होर कोई गल तो पुछ लो भाई। ਇਹਦਾ ਹਕੀਕੇ ਦਾ ਇਹ ਬਿਲਕੁਲ ਕੁਰਬਾਨੀ ਦੀ ਤਰ੍ਹਾਂ ਹੀ, ਘਰ ਦੇ ਵੀ ਖਾਣ, ਯਾਰਾਂ ਦੋਸਤਾਂ ਨੂੰ ਵੀ ਘੱਲਣ, ਗਰੀਬਾਂ ਨੂੰ ਵੀ ਦੇਣ, ਬਿਲਕੁਲ ਦੂਸਰੀ ਕੁਰਬਾਨੀ ਹੈ। ਕਈ ਲੋਕ ਕਹਿੰਦੇ ਘਰ ਵਾਲਾ ਮਾਂ ਬਾਪ ਨਾ ਖਾਓ, ਨਹੀਂ ਉਹ ਨਹੀਂ ਗੱਲਾਂ ਠੀਕ, ਸਾਰੇ ਖਾ ਉਹ ਕਰ ਦੇ ਕੋਈ ਡਰ ਨਹੀਂ। ਹੁਣ ਜੇ ਉਹਨੂੰ ਸ਼ਰਮ ਆਈ ਨਾ ਤਾਂ ਕਰ ਦੇ, ਅੱਲਾਹ ਤਾਲਾ ਮਿਹਰਬਾਨੀ ਫਰਮਾਓ, ਕਰ ਦੇਣਾ ਚਾਹੀਦਾ। ਜੇ ਬਾਅਦ 'ਚ ਵੀ ਸਮਝ ਆ ਗਈ ਨਾ ਕਰ ਦੇ। ਈਸ਼ਲ ਲਿਖਿਆ ਕੋਈ, ਈਸ਼ਲ ਪੜ੍ਹਨ 'ਤੇ ਕੋਈ ਨਹੀਂ ਆਇਆ ਅਜ ਤੱਕ, ਹੁਣ ਵੇਖ ਲੈ। ਜੀ ਹੁਣ ਜੋ ਪੁੱਛਣਾ ਜੇ ਪੁੱਛ ਲਓ, ਬਹਿ ਗਏ ਹੁਣ। ਈਸ਼ਲ ਕੋਈ ਨਹੀਂ, ਐਨ ਸ਼ੀਨ ਲਾਮ ਦਾ ਲਫ਼ਜ਼ ਹੀ ਕੋਈ ਨਹੀਂ। ਇਹ ਅਰਬੀ ਜ਼ਬਾਨ ਸਿਰੇ ਤੋਂ ਇਹ ਕੋਈ ਹੈ ਹੀ ਨਹੀਂ ਕਿ ਐਨ ਹੋਵੇ ਤੇ ਸ਼ੀਨ ਹੋਵੇ ਤੇ ਅੱਗੇ ਲਾਮ ਹੋਵੇ, ਜਾਂ ਪਹਿਲਾਂ ਇਸ਼ਕ ਆ ਅੱਗੇ ਫਿਰ ਅਸ਼ਮ ਸ਼ੁਰੂ ਹੋ ਗਿਆ, ਅਸ਼ਮ ਮੀ, ਇਹ ਲਾਮ ਹੈ ਨਹੀਂ, ਇਹ ਬਿਲਕੁਲ ਬਰੌਟੀ ਨਾ। फारूक रज़ी अल्लाह तआला ने ਜਿਹੜਾ ਆਖਰੀ ਹਜ ਕੀਤਾ ਜੀ, ਤੁਸੀਂ ਹਜ਼ਰਤ ਅਬਦੁਰਰਹਿਮਾਨ ਨੇ ਆਪ ਨੂੰ ਆ ਕੇ ਦੱਸਿਆ ਕਿ ਕੁਝ ਲੋਕ ਗੱਲਾਂ ਕਰ ਰਹੇ, ਉਹ ਹਜ਼ਰਤ ਅਬਦੁਰਰਹਿਮਾਨ ਕਿਹੜੇ ਸਨ? ਅਬਦੁਰਰਹਿਮਾਨ ਬਿਨ ਔਫ ਸੀ ਨਾ। ਉਹਨੇ ਆਖਿਆ ਗੱਲਾਂ ਸ਼ੁਰੂ ਹੋ ਗਈਆਂ, ਉਮਰ ਦੇ ਮਰਦਿਆਂ ਹੀ ਅਸੀਂ ਹੱਥ ਫੜ ਲੈਣਾ ਤੇ ਹਕੂਮਤ ਬਣਾ ਲੈਣੀ ਹੈ। ਇਸ ਗੱਲ ਨੂੰ ਹੀ ਸਾਰੇ ਨਜ਼ਰਅੰਦਾਜ਼ ਕਰਕੇ ਸ਼ੁਰੂ ਕਰ ਲੈਂਦੇ ਕਰਬਲਾ ਤੋਂ। ਉਹ ਹਜ਼ਰਤ ਉਮਰ ਦੇ ਜ਼ਮਾਨੇ ਜਿਹੜਾ ਗਰੁੱਪ ਬਣ ਚੁੱਕਾ ਸੀ, ਜਿਹੜਾ ਆਪਨੇ ਆਖਿਆ, ਉਦੋਂ ਵੀ ਆਖਿਆ ਕਿ ਇਹ ਗਸਬ ਕਰ ਲੈਣਾ ਚਾਹੁੰਦੇ ਤੁਹਾਡੇ ਮਾਮਲਾ, ਅਤੇ ਮੁੜ ਕੇ ਜ਼ਖਮੀ ਹੋਣ ਤੋਂ ਬਾਅਦ ਵੀ ਆਖਿਆ ਜਦੋਂ 6 ਦੀ ਕਮੇਟੀ ਬਣਾਈ ਕਿ ਮੈਂ ਬੰਦੇ ਚੁਣੇ ਬਣਾਏ, ਮਗਰ ਇੱਕ ਗਰੋਹ ਨੂੰ ਮੈਂ ਜਾਣਨਾ ਕਿ ਉਹ ਨਾਰਾਜ਼ ਹੈ ਅਤੇ ਉਹਨਾਂ ਦੇ ਸਾਡਾ ਵਿੱਚ ਹਿੱਸਾ ਬਣਦਾ ਹੈ, ਅਤੇ ਹੈਗੇ ਜੇ ਉਹ ਜਿਹਨਾਂ ਨੂੰ ਮਾਰ ਕੇ ਅਸੀਂ ਇਸਲਾਮ 'ਤੇ ਲਿਆਂਦਾ, ਛੀਨ ਲੈਣਾ ਚਾਹੁੰਦੇ। 6 ਦੇ ਜਿਹੜੇ ਸੀ ਉਹ ਬਹੁਤ ਚੋਟੀ ਦੇ ਬੰਦੇ ਸੀ। हज़रत अली सी, हज़रत उस्मान सी, हज़रत साद बिन नबी वक्कास सी, अब्दुर्रहमान बिन औफ सी, अबू उबैदा बिन जर्राह सी, हैं ज़ुबैर सी, तला सी, ये तला सी, ये 6 बंदे अशरा मशरा सी। बहुत नमाज शुरू तो मुसलमान होए, ये तो हज़रत उमर तो पहला दे मुसलमान सी ना। हज़रत उमर 5 साल बाद आए थे इस्लाम दे, बिल्कुल हज़रत उस्मान, तला, ज़ुबैर, हज़रत अबू बकर रज़ी दी तबलीग नहीं आ गए। हज़रत अबू बकर की गल मनते सी, उन्होंने इस्लाम कबूल करने ने सारे आख्या आ जाओ इस दिन, ये सारे उदों ही दाखिल हो गए। थोड़े ही है इन्होंने 10 के बारे कहा जाता है, हसन हुसैन है, फातिमा है, हज़रत आयशा के बारे कहा कि जन्नत मेरी बीवी है, हज़रत खदीजा का दसिया, फातिमा का दसिया, जन्नत की औरतों की सरदार। चंद बंदे ही है, ज़्यादा नहीं है। बाकी जो दुआ तो करनी चाहिए, अल्लाह सब नूं लै जाए। सारिया गल्लां ठीक है, उकाशा के बारे च आउंदा, ये भी गल ठीक। जो आपने आख्या ना 70,000 बगैर हिसाब तो जाना, आख्या अल्लाह के दुआ करो मैं भी होवां, आपने करती। फिर बंदा उठ्या, आपने आख्या हुण बाजी लै गया, ये हुण खेल च नहीं ना भी दूजा उठता फिरे, बस उकाशा की गल सी, हो गई। नहीं कहना एवें हज़रत अली नूं बदनाम कर दिया। हज़रत अली ने इहो जी मदद की करनी है, खुदा दा ही चाहता। अल्लाह पाक ही बेटा मदद ना करदा, वो अल्लाह दे नेक बंदे उन्होंने दरूद व सलाम पढ़े, उन्होंने मुहब्बत करे, मदद अल्लाह ही करदा। आए जायज़, ਇਹਦਾ कोई डर नहीं। फातिमा अलैहिस्सलाम अली सही बुखारी अबू दाऊद सब हैगा, कोई गल नहीं है। ये एक निशानी बनी है भी जो रसूलुल्लाह की औलाद का जिक्र करे ना, खानदान का। आपका छोटा जहा बच्चा फौत होया इब्राहिम, वो सही बुखारी लिखा इब्राहिम अलैहिस्सलाम। आपकी बच्ची उम्मे कुलसूम थी, वो लिखा उम्मे कुलसूम अलैहिस्सलाम। ये तो एवं लोगों ने एक मसला जान के बनाया, कुछ भी नहीं। ये सिर्फ एक दस्तूर बन गया, वरना तुम मैनू भी कह सकते, असी पढ़ते नहीं अत्ता अस्सलाम अलैना व अला इबादिल्लाह सालिहीन, हम पर सलाम और लागे सारी दुनिया नहीं कहने। एवं एक गल चेड़दी बना लेंगे, कुछ नहीं कर। कई किताबों से मौलवी आए, मैं उन्होंने अबू बकर उमर का कट के खाया, क्या नाल इन्होंने अलैहिस्सलाम लिखा कि ये सिर्फ शरारती लोग हैं जिन्होंने ना दीन तबाह किया, फिरके बनाए, झगड़ते, कोई शिया बनया, कोई सुन्नी बनया, कुछ नहीं। मुसलमान बनो,
ਤੇ ਰਲ ਜਾਓ ਸਾਰੇ, ਜੱਫੀਆਂ ਪਾਓ ਇੱਕ ਦੂਜੇ ਨਾਲ। ਇਹ ਯਹੂਦ ਹਨੂਦ ਦਾ ਮੁਕਾਬਲਾ ਕਰੋ। ਤੁਸੀਂ ਕਿਹੜਿਆਂ ਚੱਕਰਾਂ 'ਚ ਪੈ ਜੇ? ਕਿੱਥੇ ਨਬੀ ਅਲੈਹਿਸਸਲਾਤੁ ਵਸਸਲਾਮ ਦੀ ਸ਼ਾਨ ਅਗਲਿਆਂ ਨੂੰ ਕਾਰਟੂਨ ਸ਼ਾਇ ਕਰਨੇ ਸ਼ੁਰੂ ਕਰ, ਔਰ ਉੱਤੇ ਇhtਜਾਜ ਵੀ ਨਹੀਂ ਕਰ ਸਕੇ। ਅਗਲੇ ਦਿਨ ਇੱਕ ਦੀ ਬਜਾਏ 10-12 ਛਾਪੇ ਉਹਨਾਂ ਨੇ ਕਿ ਵਿਗਾੜੋ ਸਾਰਾ ਜੋ ਵਿਗਾੜੋ। ਹੈਂ, ਇਹ ਇਹਨਾਂ ਗੱਲਾਂ 'ਚ ਪੈ ਵਿਆਹ, ਉਹ ਫਿਰਕਾ ਸੱਚਾ ਤਾਂ ਉਹ ਫਿਰਕਾ ਸੱਚਾ, ਫਿਰਕਿਆਂ 'ਚ ਪੈ ਕੇ ਤਾਰਕ ਕਾਫਰਾਂ ਦੇ ਸਾਹਮਣੇ ਆਪਣੀ ਹਵਾ ਹੀ ਇਹਨਾਂ ਨੂੰ ਖੜਵਾ ਲਈ। ਬਿਲਕੁਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੁਛ ਵੀ ਨਹੀਂ ਰਿਹਾ। हज़रत अहले तशरीह सामने आ गया जी, तो उसने आते कि अस्सलाम वालेकुम रहमतुल्लाहि व बरकातहू, या अली मदद करीब करने वास्ते ਉਹਨਾਂ ਨੂੰ ਪੁੱਛੇ ਵੀ ਦਫ਼ਤਰ ਐਡੇ ਤੁਹਾਡੇ ਭਰੇ ਆ, ਸਲਾਮ ਇਹੋ ਹੀ ਲਿਖਿਆ ਵੀ ਅਸਲਾਮ ਅਲੈਕੁਮ ਜਾਂ ਵਰਹਮਤੁल्लाह ਵਬਰਕ, ਇਹ ਅੱਗੇ ਉੱਥੇ ਲਿਖਿਆ। ਕਿਉਂ ਤੁਸੀਂ ਜ਼ਾਲਮੋ ਆ ਜਿਨ੍ਹਾਂ ਨੂੰ ਮੰਨਦੇ ਜੇ ਉਹਨਾਂ ਦੇ ਤਰੀਕੇ ਨੂੰ ਛੱਡ ਗਏ? ਕਿਸੇ ਅਹਿਲੇ ਬੈਤ ਨੇ ਨਹੀਂ ਦੱਸਿਆ ਕਿ ਯਾ ਅਲੀ ਮਦਦ ਕਰੋ ਤੇ ਮੌਲਾ ਅਲੀ ਮਦਦ ਕਰੋ, ਐਵੇਂ ਆਪੇ ਬਣਾ ਦੇ। ਜ਼ਿਆਦਾ ਇਹ ਨਿਆਜ਼ੀ ਸਾਹਿਬ ਜਿਹੜਾ ਚੱਕਰ ਨਾ, ਇਹ ਜਿਹੜੇ ਆਪਣੇ ਮੁਲਕ ਸ਼ੀਆ ਨੇ, ਇਹ ਵੀ ਬੇਚਾਰੇ ਜਿਹੜੇ ਨਾ ਬੇਖਬਰ ਆ। ਇਹ ਜਿਹੜੇ ਅਸਲ 'ਚ ਆਗਾ ਖਾਨ ਜਿਹੜਾ ਸੀ ਨਾ ਨਾਮੁਰਾਦ, ਉਹਦੇ ਵੱਡਿਆਂ ਨੇ ਆ ਕੇ ਇਹੋ ਹੀ ਦੱਸਿਆ ਵੀ ਭੰਗਾਂ ਪੀਓ, ਦਾੜੀਆਂ ਮਨਾਓ, ਨਮਾਜ਼ਾਂ ਕੋਈ ਨਾ ਪੜ੍ਹੋ। ਇਹ ਯਾ ਅਲੀ ਮਦਦ ਉਹਨਾਂ ਦਾ ਨਾਰਾ ਸੀ। ਇਹ ਦੂਜੇ ਜਿਹੜੇ ਸੀ ਨਾ 12 ਦੇ ਮੰਨਣ ਵਾਲੇ, ਇਹਨਾਂ ਨੂੰ ਇੱਥੇ ਆਲਮ ਕੋਈ ਨਾ ਟੱਕਰਿਆ। ਮਰਕਜ਼ ਤੇ ਸਾਰਾ ਉੱਥੇ ਇਰਾਕ ਸੀ, ਇਹ ਜਾਹਿਲ ਇੱਥੇ ਉਹਨਾਂ ਦੇ ਮਗਰ ਲੱਗ ਗਏ। ਵਰਨਾ ਅਸਲ ਸ਼ੀਆ ਜਿਹੜਾ 12 ਇਮਾਮਾਂ ਦੇ ਮੰਨ, ਉਹਦੀ ਗੱਲ ਹੀ ਹੋਰ। 5 ਨਮਾਜ਼ਾਂ, 51 ਰਕਤਾਂ ਦਿਨ ਰਾਤ ਸੁਨਤਾਂ ਨਫਲਾਂ ਦੀਆਂ ਫਰਜ਼ਾਂ ਦੀਆਂ ਪੜ੍ਹਨੀਆਂ, ਰੋਜ਼ੇ ਬੇਬਹਾ ਰੱਖਣੇ, ਦੀਨ 'ਤੇ ਚੱਲਣਾ। ਉਹ ਇਹ ਸ਼ੀਆ ਜਿਹੜੀ ਲਈ ਫਿਰ ਇਹ ਆਗਾ ਖਾਨੀਆਂ ਲੱਗਾ। ਇਹ ਪੀਰ ਸਦਰੁੱਦੀਨ ਨਹੀਂ, ਮੇਰਾ ਤਾਂ ਸ਼ਾਇਦ ਤੇ ਦੱਸਦਾ ਵੀ ਬਿਲਕੁਲ ਇਹ ਲੜਕਾ ਦਾ ਉੱਥੇ ਬਿਲਕੁਲ ਸਹੀ ਦੀਨ ਦੇ ਮਤਲਬ। ਹਾਂ ਲਿਖ ਸਕਦੇ ਬਿਲਕੁਲ ਨਾ। ਇਮਾਮ ਸ਼ਰਬੀ ਨਹੀਂ ਲਿਖਦੇ, ਕਿਸੇ ਕੋ ਐਤ ਹਦੀਸ ਨਹੀਂ ਆਉਂਦਾ ਵੀ ਸਾਹਬਾ ਕਰਾਮ ਲਈ ਮਖਸੂਸ ਹੈ। ਕਿਤਾਬਾਂ ਜਦੋਂ ਪੜ੍ਹੀਆਂ ਹਜ਼ਰਤ ਇਮਾਮ ਮਾਲਿਕ, ਅਬੂ ਹਨੀਫਾ, ਸ਼ਾਫੀ, ਬੁਖਾਰੀ ਸਭ ਦੇ ਨਾਵਾਂ ਨਾਲ ਲਿਖਿਆ। ਜਾਹਿਲਾਂ ਨੇ ਗੱਲਾਂ ਰਜ਼ੀ ਅੱਲਾਹ ਨੂੰ, ਰਜ਼ੀ ਅੱਲਾਹ ਨੂੰ। ਇਹ ਤਾਂ ਦੁਆ ਹੈ ਕਿ ਅੱਲਾਹ ਤਾਲਾ ਉਹਨਾਂ 'ਤੇ ਰਾਜ਼ੀ ਹੋ। ਇਹਨੂੰ ਵੀ ਮਾਦੀ ਸਮਝਦੇ ਕਿ ਅੱਲਾਹ ਰਾਜ਼ੀ ਹੋ ਗਿਆ, ਕੋਲੋਂ ਹੀ ਤਰਜਮਾ ਕੀਤਾ ਰਾਜ਼ੀ ਹੋ ਜਾਏ। ਗਫਰ ਅੱਲਾਹ ਲਹੂ, ਲਫ਼ਜ਼ੀ ਤਰਜਮਾ ਤੇ ਅੱਲਾਹ ने उसको बख्श दिया नहीं, जिन्हों मर्जी दुआया कि अल्लाह उसको बख्शे। ये सब नहीं कर सके। रहमहुल्लाह, अल्लाह उस पर रहमत करे। एक कहदा ठेका नहीं है। ये अपने खाजा साहब पैर नहीं धोंदे, गल नूं समझ लो। जिहड़ा वुज़ू है ना शियां दा, ਉਹ ਇਹ ਅਬ ਜਦੋਂ ਪੈਰਾਂ ਦੀ ਵਾਰੀ ਆਵੇ ਤਾਂ ਧੋਣੇ ਨਹੀਂ, ਮਸਾ ਕਰਨਾ। ਉਹ ਆਂਦੇ 2 ਸ਼ੈਆਂ ਧੋਣ ਦਾ ਹੁਕਮ ਹੈ, ਬਾਹਾਂ ਅਤੇ ਮੂੰਹ। ਸਿਰ ਜਿਹੜਾ ਅਤੇ ਪੈਰ ਇਹਨਾਂ ਦੋਵਾਂ ਦਾ ਮਸੇ ਦਾ ਹੁਕਮ ਹੈ। ਇਹ ਕੁਰਾਨ ਪਾਕ ਦੀ ਆਇਤ ਦਾ ਰੌਲਾ ਸੀਆਂ ਨੇ ਉਹ ਚਾਹ ਨਿਕਲਦਾ, ਉਹ ਹੈਗਾ ਇਲਮੀ। ਇਹ ਜਿਹੜਾ ਪਹਿਲਾਂ ਧੋਂਦੇ ਨਾ, ਇਹ ਆ ਵੀ ਮੇਰੇ ਕਿਤੇ ਕੋਈ ਗੰਦ ਲੱਗਾ ਹੋਵੇ ਸਿਰ 'ਤੇ, ਤਾਂ ਫਿਰ ਮੈਂ ਵੁਜ਼ੂ ਨਹੀਂ ਸ਼ੁਰੂ ਕਰਨਾ। ਕੀ ਕਰਨਾ? ਉਹਨੂੰ ਪਹਿਲਾਂ ਧੋਣਾ। ਵੁਜ਼ੂ ਬਾਰੀ ਨਾਲ ਬਾਅਦ 'ਚ ਆਉਣਾ, ਉਦੋਂ ਮਸਾ ਹੀ ਕਰਨਾ। ਮਗਰ ਨਜਾਸਤ ਨੂੰ ਦੂਰ ਕਰਨਾ ਪਹਿਲਾਂ, ਉਹ ਅਲੱਗਾ ਇੱਕ ਇਬਾਦਤ ਹੈ। ਇਹ ਉਹ ਸਮਝਦੇ ਨੇ ਜਿਹੜੇ ਬਾਹਰੋਂ ਆਏ ਜਾਂ ਕਿਤੇ ਹੋਊਗਾ, ਉਹਨੂੰ ਪਹਿਲਾਂ ਪਾਕ ਕਰਦੇ ਕਿ ਕੋਈ ਸ਼ੈ ਨਾ ਆਏ। ਫਿਰ ਉਹਨੂੰ ਸੁਕਾਉਂਦੇ ਆ ਕਿ ਉਸੇ ਤਰ੍ਹਾਂ ਹੀ ਨਾ ਗਿੱਲੇ ਤੇ ਕਰ ਲਈ, ਉਹ ਮਸਾਦ ਨਾ ਹੋਇਆ। ਫਿਰ ਧੋਤਾ ਖੁਸ਼ਕ ਕਰਕੇ ਨਾ ਜਦੋਂ ਫਿਰ ਵੁਜ਼ੂ ਆਉਣਾ ਤਰਤੀਬ ਨਾਲ, ਫਿਰ ਇਹ ਆਵੇ ਹੱਥ ਧੋਣੇ, ਮੂੰਹ 'ਚ ਪਾਣੀ ਪਾਉਣਾ, ਨੱਕ 'ਚ ਪਾਉਣਾ, ਮੂੰਹ ਧੋਣਾ ਇੱਥੋਂ ਤੱਕ, ਅਤੇ ਮੁੜ ਕੇ ਸਿਰ 'ਤੇ ਹੱਥ 'ਤੇ ਪੈਰਾਂ 'ਤੇ ਉਹ ਮਸਾ। ਇਹ ਇਹਤਿਆਤ ਨਾ ਅਗਰ ਸਮਝਦਾ ਕੋਈ ਵੀ ਨਜਾਸਤ ਹੈ, ਉਹ ਨਜਾਸਤ ਦਾ ਮਸਲਾ ਅਲੱਗ ਹੈ ਕਿ ਸਾਡੇ ਵੀ ਕਿਸੇ ਹਿੱਸੇ 'ਤੇ ਲੱਗੀ ਹੋਵੇ, ਅਸੀਂ ਵੁਜ਼ੂ ਨਹੀਂ ਸ਼ੁਰੂ ਕਰ ਸਕਦੇ ਜਦ ਤੱਕ ਉਹਨੂੰ ਪਾਕ ਨਾ ਕਰੀ। ਉਸ ਗੱਲ ਦਾ ਮਸਲੇ 'ਚ ਮਸਾ ਆਉਂਦੇ। ਐਡਾ ਕੱਚਾ ਨਹੀਂ, ਬਿਲਕੁਲ ਜਿਹੜੇ ਸਾਡੇ ਵੱਡੇ ਸੀ ਨਾ ਅਹਿਲ ਹਦੀਸਾਂ ਦੇ ਇਮਾਮ, ਉਹਨਾਂ ਸਿਰ ਦਿੱਤਾ ਬਈ ਕੁਰਾਨ ਸ਼ਰੀਫ 'ਚੋਂ ਸਿਵਾਏ ਮਸਾ ਦੇ ਕੋਈ ਸ਼ੈ ਨਹੀਂ ਲੱਭਦੀ। ਬਿਲਕੁਲ ਇਹਨਾਂ ਆਖਿਆ ਵੀ ਜਿੱਦਾਂ ਮਰਜ਼ੀ ਪੜ੍ਹੀਏ ਨਾ ਜ਼ਬਰ ਪੜ੍ਹੀਏ ਦੇਰ। ਇਮਾਮ ਇਬਨ ਹਜ਼ਮ ਨੇ ਆਖਿਆ ਯਾਰ ਅਰਬੀ ਜ਼ਬਾਨਾਂ ਕਿਵੇਂ ਠੱਠਾ ਕਰੀ, ਇਹ ਹਦੀਸਾਂ ਪਰੋਂ ਅਸੀਂ ਮਜਬੂਰ ਹਾਂ ਕਿ ਪੈਰ ਧੋਈਏ, ਵਰਨਾ ਕੁਰਾਨ ਮਸੇ ਤੋਂ ਸਿਵਾ ਕੁਛ ਨਹੀਂ ਦੱਸ। ਐਡੀ ਗ੍ਰਾਮਰ ਮਜ਼ਬੂਤ ਹੈ। ਔਰ ਇਹ ਸ਼ੇਖ ਅਕਬਰ ਮੁਹੀਉਦੀਨ ਨੇ ਆਖਿਆ ਜਿਹੜਾ ਮਰਜ਼ੀ ਪੜ੍ਹਦਾ ਫਿਰ ਸਾਹਮਣੇ ਆਵੇ ਕੁਰਾਨ ਪਾਕ 'ਚ ਮਸੇ ਤੋਂ ਸਿਵਾ ਕਿੱਦਾਂ ਕੱਢ ਸਕਦਾ। ਇਸ ਤੋਂ ਛੋਟੀ ਜਿਹੀ ਗੱਲ ਨਹੀਂ। ਔਰ 3 ਸਹਾਬੀ ਜਿਨ੍ਹਾਂ ਨੂੰ ਇਬਨ ਹਜਰ ਲਿਖਦੇ ਵੀ ਇਹ ਯਾਰ 3 ਸਾਹਬਾਂ 'ਚੋਂ ਕਾਇਲ ਸੀ, ਬਾਕੀ ਲੱਖਾਂ ਦੀ 3 ਮਰਦਮਸ਼ੁਮਾਰੀ ਕਿ ਆਲਮਾਂ ਦਾ ਹੀ ਗਿਣ। ਤਿੰਨੇ ਉਹ ਬੰਦੇ ਆ ਨਿਆਜ਼ੀ ਸਾਹਿਬ ਜਿਨ੍ਹਾਂ ਤੋਂ ਜ਼ਿਆਦਾ ਨਬੀ ਨੂੰ ਜਾਣਦਾ ਹੀ ਕੋਈ ਨਹੀਂ। ਜਾਂ ਹਜ਼ਰਤ ਅਨਸ ਹੈ ਜਿਹੜਾ 10 ਸਾਲ ਖਾਦਮ ਸੀ, ਜਾਂ ਇਬਨ ਅਬਾਸ ਹੈ ਚਾਚੇ ਦਾ ਪੁੱਤਰ ਜਿਹੜੀ ਦੁਆ ਮੰਗੀ ਕਿ ਅੱਲਾ ਇਹਨੂੰ ਕੁਰਾਨ ਦਾ ਫਹਿਮ ਦੇ, ਜਾਂ ਅਲੀ ਹੈ। ਇਹ ਤਿੰਨਾਂ ਦਾ ਹੀ ਲਿਖਿਆ ਕਿ ਤਿੰਨੇ ਆਂਦੇ ਸੀ ਮਸਾ ਕਰੋ। ਐਤ ਇੱਕੋ ਹੀ ਹੈ ਕੁਰਾਨ। ਇਹ 3 ਸਾਹਬੀ ਹਜ਼ੂਰ ਦੇ ਹਰ ਵਕਤ ਨਾਲ 24 ਘੰਟੇ, ਇਹਨਾਂ ਨੂੰ ਮਸਾ ਕਿੱਥੋਂ ਸੋਚ ਗਏ? ਆਂਦੇ ਬਾਅਦ 'ਚ ਵਾਪਸ ਆ ਗਏ ਜੀ, ਇਹ ਕੋਲੋਂ ਗੱਲ ਹੈ। ਬਾਅਦ 'ਚ ਉਹਨਾਂ ਨੂੰ ਫਿਰ ਕਿਹੜੀ ਨਵੀਂ ਗੱਲ ਆ? ਇਸ ਤੋਂ ਐਡਾ ਬੁਰਾ ਨਾ ਮਨਾਓ, ਮਸਾ ਕਰੋ, ਧੋ ਲਓ,
شیخ اکبر محی نے فرمایا یہ سمجھے آئی بھی انہاں دوواں شیاں دی اجازت کدی بندے دے پیر جڑے نا دھو لوے گرمیاں دے دن جے سردیاں ہاتھ پھیر لیا تو کوئی کافر نہیں ہونا بالکل قرآن دے مطابق انہیں بھی چنگا کیتا تے جے دوویں کم کر لے تے پہلا مسا کر لے مڑ کے دھو لے بندہ کوئی سمجھ نہیں آتی کی ہے شاید میں دوویں کر لے اے چار گروہ ایکاں دا دھو ایکاں دا مسا ایکاں دے واجب تخیری یہ وہ واجب ہے جی اللہ دا روزے رکھ لو یا غلام آزاد کو یا والا یہ یا ہے کہ یا دھولا یا مسا کر لا دوجے آندے بھی جمع دونوں کٹھیاں کرو یار اس مصیبت نجات پاؤ بڑے بڑے عالم تے جاہل میں رولا پاؤ شیعہ کر رہے فلانے ایڈی شیعت کچی نہیں اے گمراہیاں یا علی مذہب فلانا انہاں نے انہاں دا کام خراب کیتا اے میرے ہاتھ تے بیعت کر لین صحیح شیعت قبول کرن انشاءاللہ دنیا جڑی نال ہو جائے صحیح دین تے آ جانا شرک بے نہیں کوئی بھی دین تو نہ دے بیوقوفاں نے چلایا جہدے نال لوگ آندے یار آ دین ہے گھوڑا لئی پھردے تے بچے تھلے نہیں لگاؤندے باقی کہدا دین ہے بیوقوفی ہے ویسے عالمی حالات بڑھ رہے ہیں کہ اصلی جو شیعہ نا ایران والے تھی وہ شاید شیعہ زیادہ پھیل جائے اور شاید ملت اسلامی کو انہیں نیازی صاحب جو مرضی کو کہے ہر بندہ کھلی اکھاں نال ویکھ رہا اگر دنیا کوئی کھڑا ہویا شاہ پولیس مین سی امریکہ دا اس علاقے کو بولدا سی اور ملک نو ننگیاں کرتا اے میاں صاحب دا بھتیجا ارشد لاہور چل انہیں آخیا مولوی صاحب میں ادوں بھی گیا توبہ توبہ تو مرد عورتاں ننگے شراب مڑ کے گیا تو ایک ہوٹل ٹھہرا گائیڈ میرے نال چلیا تو مینوں میرے سے اتوں تک ہی شرٹ دی انہیں آخیا میاں صاحب کہ وہ لبو اتوں تک انہیں جڑے پاس باہر کھڑے مارنی تلوار تیری باہ لا کے وہ مارنی یعنی اتنی سختی کہ مرد مرد بنو تو عورتیں عورتیں بنو انہاں سدھا کر دیتا لوگوں بے پردگی ختم شراباں ختم دین نو قائم کیتا اور اس بندے نے جڑا بیٹا وہ خلاف سی گرپائے گانی نا بڑا عالم سی وہ پائے دا سی خمینی دے تے فتوے خلاف سی وہ فتوے ہور سی اپنا علم ہوندا فلسفے منطق دا مگر نیازی صاحب جدوں خمینی صاحب فوت ہوئے نا اس خبر نو نشر نہیں حکومت نے کیتا وہ مسل شیعہ لوگ جڑے ہوندا ایک کام ہے تو جدوں کوئی مر جاندہ انہاں نوں نوا تو آ کے پہلا وہ جنازہ برکت علی امام علی رضا دی قبر چل جاندی اور ایک قبر ابن حجر رحمۃ اللہ علیہ بھی لکھا بھی ساڈے بڑے بڑے امام ابن خزیمہ علی جدوں اتنے گئے نا تے سوائے سر نیویں تے رون تو کوئی نہیں سنا آخیا رسول اللہ دے بچے پہ اسی دربار چھادر علی رضا کو چھوٹی جی گل اتنے کھڑ دے ادوں بعد جڑی معصومہ وہ قبر تے کھڑ دے انہاں آخیا جی اعلان ہو گیا تو دنیا تے نہیں ہو جانی پھر جنازہ جڑا وہ کتنے لے جان دینا چار جڑے سی نا پہرے دار چوری بغیر دسیا انہوں نے اتوں پھرا لیا مڑ کے دسیا کہ خمینی صاحب فوت ہو گیا پھر تو انہاں لکھاں دا مجمع سی بھی تھاں ہی کوئی نہیں مگر گل پائے گانی دا ویکھو بھی انہاں خلاف سی وہ عالم وہ رسالہ مجلہ نور نکلدا سی پہلی خبر انہیں شائع کی انہیں آخیا خمینی صاحب دا انتقال ہو گیا تے پتہ اتوں مینوں لگا کہ میں رات ستا تے میرے ویکھن چاہیا ایک کمرہ نور دی بارش ہو رہی ہے اور وہ اللہ دے رسول علیہ السلام کھڑے ہیں فاطمہ حسن حسین اور علی کھڑے پنجے کھڑے اور خمینی آیا دروازے داخل ہویا رسول اللہ مخالف نے لکھا ایڈے وڈے عالم پھر جنازہ بھی انہیں پڑھایا پھر روندا رہا جس وقت خمینی داخل ہویا رسول اللہ آگے آ کے متھے تے بوسا دیتا اور آکھیا سارے چوانوں کہ ایران چ اسلام نو اس میرے بچے نے دوبارہ زندہ کیتا اس تو میں دی قدر کیتی ہے یہ اس گل پائے گانی شائع کیتا میرا ساری عمر اختلاف رہا مگر قدر دی خدا دے ہاں ہے یہ امام بخاری وری ہوا جب امام بخاری فوت ہوئے رسول اللہ نے ویکھیا صحابہ نہ کھڑے سی لوگاں پوچھا یا رسول اللہ کہدا انتظار فرمایا محمد بن اسماعیل نو ٹھیک ہے اجے کتے خبر نہیں سی آئی چند منٹاں بعد پتہ لگ گیا کہ امام بخاری چلے گئے اللہ دے بندیاں دی بڑی قدر ہے اتنے گل پائے گانی بہت بڑا عالم گل پائے گانی فتویٰ چل رہا سی بہت ادھی تو زیادہ دنیا وہی سی ہو رہی شیعہ اسے جنازہ پڑھایا سی وہ جڑا ایرانی انقلاب اور شیعت اور فلاں فلاں میری ساری پڑھی ہوں میرا نسخہ پتہ نہیں کتنے ہونا منظور نعمانی ہوں دا جڑا یہ اپنے مجاہد الحسینی انہیں بھی لکھی ہے میں یار توں اٹھ کے ایرانی انقلاب تے کوئی روایت دے صحیح ہے جڑی منظور نعمانی لکھی ہے شرم نہیں آئی کہ بڑھا ہو کے تو دوزخ چلیا ہوں جو جعلی روایتوں کی شیعہ کہیں جے وہ لکھ دین تو سنیے دی کتاباں دا منہ بکھاؤ گے پھر جو موضوعات من کرتے اصری صاحب ایک جنازے دن اصری صاحب ترازو ایک ہونا چاہیے وٹے ایک ہونے جے وہ تھوڑیاں ضعیف اور موضوع حدیثاں کٹھیاں کر کے جب تھی منو گے آندا توبہ توبہ تو جو نہیں ہو صحیح تو میں ہونا نہیں موقع دینا جو کہیں بھی نہیں صحیح تو آندا بالکل ٹھیک عدل کرنا چاہیے
منظور نعمانی بالکل جہنمی ہو گیا مودودی صاحب کی دشمنی پر انہوں نے جماعت اسلامی جو مبارک دیتی ہوئی وہ دشمنی انا ہو کے انہوں نے کہ جماعت اسلامی جی انہوں کی قدر کر رہی وہ دشمنی چ لکھی ہے کتاب ہوش نہیں ٹھکانے اور بعد جڑا یزید دے حق چ لکھیا تے امام حسین نے جھوٹا لکھیا وہ پتر نے ساری عمر ہور گزری مڑ کے یہ حال ہے سید ابو الحسن علی ندوی نے بیٹا پھر کلام بند کرا حالانکہ سکے بھراواں تو بعد انہاں دی زندگی گزری سید صاحب آخیا میرا تیرا سلام کلام بند ہے میں تیرے نال ملاقات نہیں کر مرن لگے پھر منتاں کیتیاں میری خبر لے جاؤ کادی خبر لا اہل سنت دے عقیدے نوں برباد کر کے یزید دی حمایت توں تے تیرے پوت نے کیتی یہ کہڑا مذہب سی ساری امت لکھدی مر گئی جو شہید ہے تسی باغی لکھنا پیڑی پیا پھر مینوں ملٹ جاؤ نہ کہ مل میں جانا ہن تو ترلے کردا ہوں نہیں یہ تسی اپنی آکھ عتیق الرحمان سنبھلی جھوٹھی کتاب ہن جامعہ سلفیہ چ آکھیا لڑکیاں تے تحقیق کرنے کے خلاف تے معاویہ یزید پڑھو نک پانی چ ڈوب کے مر جان وہ کتاب جڑا امام بخاری نوں آندا منافقاں دا ایجنٹ سی تسی وہ پڑھاؤندے جی پھر اس تو یزید نوں چنگا کیا حرامی آندا سی کوئی قرآن نہیں اتریا نہ کوئی نبی سی حضور نے اپنے خیالات لکھے اپنی تصنیف جمعہ نہیں پڑھیا نماز اس حرام دادے کی کتاب پڑھاؤندے پھر بھی یزید نوں چنگا کہنا ایک بت بنا لیا یہ تو سن لو تسی ہن سارے نے سن لیا میں چیخنا ہے چلاونا اینوں کہ رسول اللہ دے دین تے حملہ ہے یہ یزید دی گل کوئی ایویں گل نہیں اگر یہ پھیل جائے تو اسلامی حکومت دا تصور جڑا نیازی صاحب ختم یہ کوئی کہانی ہے جڑی چھڑ دی اسی جنہوں نہیں خلافت دی قدر اور جو مرضی ترے پھر فلانا چنگا سی وہ لوگ جنہوں نے خلافت اسلامیہ برباد کر کے ملوکیت مسلط کی تھی اور وہ حق چ کتاباں لکھ رہا ہے کہ ملوکیت دین جائے ملوکیت تو شرک ہے بندہ جڑا وہ آکھے میں اپنا حکم دینا میرے بھائی اقبال نے جو سر حادثہ کربلا لکھیا ایک سطر چ انہیں دستا کہ کی سی یہ گل آندے چوں خلافت تارک چوں خلافت رشتہ قرآن سیخ جڑا اللہ دے رسول کٹھا کیتا سی وہی حکومت کرے وہ دین دا علم بردار جدوں انہاں دونوں سیپریٹ کرتا گیا کہ دین مسجداں رکھو حکومت اپنی چوں خلافت رشتہ قرآن سیخ حریت را زہر اندر کام رہے حریت آزادی دے گلے زہر دے قطرے ٹپکاتے بے جڑا بولیا سر اڑ جو اسی جداں چاہیے نماز پڑھائیے جداں مرضی لیٹ کریے جو مرضی زکات نوں کھائیے کوئی بول نہیں سکتا وہ سے پھر کی ہویا خاص طرح سر دلوائے خیر الامم کیوں صحابہ قبلہ باراں درکل اور لیندے پاسوں قبلے کی طرف پھر امت دا سردار جڑا سی اٹھیا اور جویں بارش نال لے کے آندا آیا انہیں برسات کی بارش پھر اور قیامت تا قیامت قطع استبداد کر خون شہادت دے کے پھر کنے لوگ بعد اٹھے اور ساری اسلامی تاریخ پڑھ لو جدوں کوئی حلال دا اٹھیا نا اور انہوں ٹکر لینی پئی ہے نیازی صاحب کسی ظالم نہ حوالہ ایک ہی رہا کہ حسین نہ ہوئی سی میرے نہ ہوگی چلتی یہ اس گل نوں مٹاؤنا چاہتے یہاں دے سامنے ایک کہانی ہے یہاں یہ ہے اتنے ہاتھ ہونے چاہیے تو میں نہ لعنت چت پڑھ دین یہ سی نبی دسن آیا صرف کہ ہاتھ بنن دی کسر سی ہاں رسول آیا دی لیکم الناس بالقسط کہ لوگ انصاف سے قائم ہو جان معاشرے چ عدل ہو جائے وہ فکر نہیں تمہوں ہاتھ نوں روندے میں کئی باری اتنے فتاوا آن لائن تے کیا میرا بگاڑ لو تھی میں تہجد دی ادھی نماز ہاتھ چھڈ کے پڑھنا ادھی اس طرح پڑھنا ادھی اتنے پڑھنا میں ساری سنتاں دا مزہ لینا میرا جڑا نہیں بگاڑنا بگاڑ دے پھر مینوں یہ سارے پھر کے اپنے لگتے یار سارے ایک ایک سنت تے عمل کر دے خوش ہونا بھی یہ کا حضور دا نقشہ کا نقشہ یہ روندے پھردے پھر روایتاں نہیں لکھیا میں روایتاں 200 سال بعد تسی لکھی تہاڈے کو پوچھ کے لوگاں نماز شروع کی صحابہ جڑے چھڈدے سی انہاں نے بخاری تے پڑھیا اور کڈو مصنف ابن ابی شیبہ کون لوگوں کا بیان جو ہاتھ لٹکا کر پڑھتے ایویں دین نہ ٹھٹھا بنایا مالکی بھی چھوڑ کے پڑھ دے امام اوزائی جیسا مذہب کئی صدیاں شام چلیا اوزائی دا مذہب یہ سی امام لیس جڑے امام مالک دے زمانے مصر سارا وہ پیرو سی وہ آندے سے ہاتھ چھڑ کے اہل سنت دے بڑے بڑے صدیاں انہوں دے مسرک چلے ہاں امام مالک رحمۃ اللہ علیہ ہاتھ لٹکا کے پڑھتے سی وعلیکم السلام شورائی ہاں یہ بالکل ٹھیک گل آدھے مگر جی سوچا جائے نا اعتراض برائے اعتراض
ਉਸ ਜ਼ਮਾਨੇ 'ਚ ਅਗਰ ਬਿਲਕੁਲ ਆਜ਼ਾਦਾਨਾ ਇਲੈਕਸ਼ਨ ਹੁੰਦਾ ਨਾ ਤਾਂ ਜਿਹੜਾ ਪੈਨਲ ਆਉਣਾ ਸੀ ਨਾ ਸਾਹਮਣੇ, ਉਹ ਇਹ 6 ਬੰਦੇ ਆਉਣੇ ਸੀ। ਪੂਰੇ ਦੁਨੀਆ 'ਚ ਹਜ਼ੂਰ ਦੇ ਨਾਲ ਰਹਿਣ ਵਾਲੇ, ਦੀਨ ਲਈ ਕੁਰਬਾਨੀਆਂ ਦੇਣ ਵਾਲੇ ਪਹਿਲੇ, ਇਹ ਅਗਰ ਵੋਟਿੰਗ ਵੀ ਹੁੰਦੀ ਨਾ ਆਜ਼ਾਦ, ਰਿਸ਼ਵਤ ਨਾਲ ਚੱਲਦੀ ਡੰਡਾ, ਤੇ ਇਹਨਾਂ 6 ਬੰਦਿਆਂ ਨੂੰ ਲੋਕਾਂ ਨੇ ਲਿਆਉਣਾ ਸੀ। ਕੋਈ ਤਲਾ ਦੇ ਨਾਲ ਹੋਣੇ ਸੀ, ਕੋਈ ਇਹਨਾਂ ਤੋਂ ਸਵਾਬ ਬੰਦਾ ਕੋਈ ਨਹੀਂ ਸੀ। ਹੋਰ ਜਿਹੜੇ ਖੜੇ ਹੋਏ ਸੀ ਉਹਨਾਂ ਨੂੰ ਆਪ ਨੇ ਆਖਿਆ ਬਹਿਓ ਜਿੱਥੇ ਬਹਿਣਾ ਆਰਾਮ ਨਾਲ, ਤੇਰਾ ਕੀ ਕੰਮ ਹੈ ਇਹਦੇ ਸਿਰਫ ਉਹ ਬੰਦੇ ਜਿਨ੍ਹਾਂ ਨੇ ਹਜ਼ੂਰ ਦੇ ਖਿਲਾਫ ਤਲਵਾਰ ਨਹੀਂ ਚੁੱਕੀ। ਉਹ ਬੰਦੇ ਹੁਣ ਐਵੇਂ 6 ਕਹਿਣ ਨੂੰ 6 ਆ, 6 ਨਹੀਂ ਪੂਰੀ ਉਮਤ ਸੀ। ਜਿਵੇਂ ਅਕਬਰ ਬੁਗਟੀ ਆ ਗਿਆ, ਬਲੋਚਿਸਤਾਨ ਆ ਗਿਆ, ਅਬਦੁਲ ਵਲੀ ਆ ਗਿਆ, ਸਰਹੱਦ ਆ ਗਿਆ। ਇਹ ਬੰਦੇ ਕਹਿਣ ਨੂੰ ਤੇ ਗਿਣਦੇ ਆ, ਟਰਕ ਇੱਕ ਹੁੰਦਾ ਸੂਬਾ ਉਹਦੇ ਪਿੱਛੇ ਹੁੰਦਾ ਨਾ। ਇਹ ਬਿਲਕੁਲ ਸ਼ੂਰਾ ਆਈ ਸੀ। ਹੁਣ ਆਪ ਹੀ ਨਾ ਬਜਾਏ ਪਰੇਸ਼ਾਨ ਨੂੰ ਜਿਹੜੇ ਚੋਟੀ ਦੇ 6 ਬੰਦੇ ਸੀ, ਬਹਿਣਾ ਤੇ ਤੁਹਾਡੀ ਨਜ਼ਰ ਨਾਲ ਆਹ ਤੁਹਾਨੂੰ ਦੇਤੇ ਜੀ, ਇਹ ਤੋਂ ਚੁਣ ਲਿਓ। ਬਾਕੀ ਜਿਹੜੇ ਸਾਡੇ ਸ਼ੀਆ ਹਜ਼ਰਾਤ ਦੱਸਦੇ ਨੇ ਕਿਤਾਬਾਂ 'ਚ ਆਉਂਦਾ ਪਿਆ, ਆਪ ਨੇ ਆਖਿਆ ਇਹ ਵੱਢ ਦਿਓ ਜਿਹੜਾ ਨਾ ਮੰਨੇ, ਜਿੱਧਰ ਰਾਹ ਹੋਵੇ ਅਬਦੁਰਰਹਿਮਾਨ। ਇਹ ਗੱਲਾਂ ਜਿਹੜੀਆਂ ਬਣਾਉਟੀ ਹੈ, ਇਹੋ ਜਿਹੀ ਉਹਨਾਂ ਕੋਈ ਪਾਬੰਦੀ ਨਹੀਂ ਲਾਈ, ਇਹਨਾਂ ਨੂੰ ਛੱਡ ਕਿ ਤੁਸੀਂ ਆਪਸ 'ਚ ਨਾ ਮਿਲ ਕੇ ਫੈਸਲਾ ਕਰ ਲਓ। ਹੁਣ ਜੋ ਅੱਜ ਨਹੀਂ ਪੜ੍ਹਿਆ ਅਗਲੇ ਜੁਮੇ ਪੜੂੰਗਾ, ਮੈਂ ਦੱਸ ਦਿੱਤਾ ਵੀ ਬੰਦੇ ਬਣ ਕੇ ਮੁਕਾ ਲਿਓ, ਵਰਨਾ ਮੁਆਵੀਆ ਅਬਦੁੱਲਾ ਬਿਨ ਅਬੀ ਰਬੀਆ ਬੈਠੇ। ਉਹ ਇਹ ਆਉਣਾ ਤੁਹਾਡੇ ਸਾਹਮਣੇ ਕਿ ਉਹ ਤਿਆਰ ਆ, ਤੁਹਾਡਾ ਇਖਤਲਾਫ ਵੇਖਿਆ ਤਾਂ ਸਲਤਨਤ ਛੀਨ ਲੈਣੀ। ਇਹ ਹਜ਼ਰਤ ਉਮਰ ਕਹਿ ਦਿੱਤਾ। ਇਹ ਗੱਲਾਂ ਨਿਆਜ਼ੀ ਸਾਹਿਬ ਨਾ ਮੌਦੂਦੀ ਨੂੰ ਲੱਭੀਆਂ, ਨਾ ਹੋਰ ਕਿਸੇ ਖੁਦਾ ਦੇ ਬੰਦੇ ਨੂੰ। ਹਜ਼ਰਤ ਉਮਰ ਆਖਿਆ ਰੱਬ ਦਾ ਨਾਂ ਮੰਨਿਓ, ਮੁਕਾ ਲਿਓ, ਵਰਨਾ ਸ਼ਾਮ 'ਚ ਮੁਆਵੀਆ ਅਬਦੁੱਲਾ ਬਿਨ ਰਬੀਆ ਯਮਨ ਬੈਠੇ। ਉਸੇ ਵੇਲੇ ਸਲਤਨਤ ਖੋਹ ਲੈਣੀ, ਉਹਨਾਂ ਤੁਹਾਡੇ ਪੱਲੇ ਕੁਛ ਵੀ ਨਹੀਂ ਰਹਿ ਜਾਣਾ। ਇਹ ਹਜ਼ਰਤ ਉਮਰ 'ਤੇ ਬਿਲਕੁਲ ਅਲਮ ਨਸ਼ਰਾ ਸੀ। ਇਹ ਬੰਦੇ ਬਿਲਕੁਲ ਆਪਣਾ ਇਹਨਾਂ ਗਰੁੱਪ ਬਣਾ ਲਿਆ ਔਰ ਹੁਕੂਮਤ ਛੀਨੀ। ਆਮ ਲੋਕ ਹਾਂ ਨਾਂ ਲੈ ਕੇ, ਬੇਟਾ ਨਾਂ ਲੈ ਕੇ ਇਹਦਾ ਮੁਆਵੀਆ ਦਾ ਅਬਦੁੱਲਾ ਬਿਨ ਰਬੀਆ ਲਾ ਕੇ ਹੈਂ ਉਹ ਹਟਾਉਣਾ ਕੀ ਸੀ? ਰਸੂਲਾਂ ਨੂੰ ਲੋਕ ਆਉਂਦੇ ਸੀ ਵੈਸ ਮੁਨਾਫਿਕ ਨੂੰ ਕਰੋ, ਹਜ਼ੂਰ ਆਉਂਦੇ ਕਰਾਂ ਕੀ? ਇਹ ਹੁਣ ਲੋਕਾਂ ਦੇ ਸਾਹਮਣੇ ਵੀ ਮੁਸਲਮਾਨ ਹੈ। ਮੈਂ ਅਗਰ ਇਹਦੇ ਨਾਲ ਸਖਤੀ ਕਰਾਂ, ਲੋਕਾਂ ਨੇ ਆਖਣਾ ਕਾਫਰਾਂ ਨਾਲ ਤਾਂ ਯਾਰ ਤੁਸੀਂ ਕਰਦੇ ਸੀ, ਮੁਸਲਮਾਨ ਨੂੰ ਵੀ ਨਹੀਂ ਬੁਲਾਉਂਦੇ। ਹਜ਼ੂਰ ਦੀ ਜਿਹੜੀ ਸੀ ਨਾ ਪਾਲਿਸੀ, ਜਿਵੇਂ ਕੁਰਾਨ ਆਉਂਦਾ ਕਿ ਅਗਰ ਇਹ ਆ ਬੜੇ ਆ ਤਾਂ ਇਹਨਾਂ ਨਾਲ ਤਾਰੀਫ ਕਰਬ ਕਰੋ। 100 ਊਂਟ ਦਿੱਤਾ ਉੱਥੇ ਗਰਾਮ 'ਚੋਂ, ਮਦੀਨੇ ਵਾਲੇ ਪਿੱਟੇ ਵੀ। ਹਜ਼ੂਰ ਨੇ ਆਖਿਆ ਤੁਹਾਡੇ ਈਮਾਨ 'ਤੇ ਮੈਨੂੰ ਭਰੋਸਾ, ਇਹਨਾਂ ਨੂੰ ਊਠ ਦੇ ਕੇ ਬਚਾਉਣਾ। ਇਹ ਲਾਲਚ, ਇਹ ਸਾਰੀਆਂ ਗੱਲਾਂ ਹਜ਼ੂਰ ਪਾਕ 'ਚ ਮੁਸੀਬਤ ਫਸੇ। ਇਹੋ ਹੀ ਅਲੀ ਫਸਿਆ ਵੀ ਜੇ ਸਾਥ ਇਹਨਾਂ ਨੂੰ ਬਾਹਰ ਕੱਢਦਾ ਤਦ ਬਦਨਾਮੀ, ਵਿੱਚ ਵਾੜਦਾ ਤੇ ਆਪਣਾ ਕਰੀ। ਉਂਝ ਹਜ਼ਰਤ ਉਮਰ ਦਾ ਕੰਟਰੋਲ ਡਾਢਾ ਸੀ। ਮੁਆਵੀਆ ਗਵਰਨਰ ਬੇਸ਼ੱਕ ਰਿਹਾ, ਚੂੰ ਨਹੀਂ ਕਰਨ, ਆਪਣੀ ਮਰਜ਼ੀ ਨਾਲ ਚਲਾਉਂਦੇ। ਇੱਕ ਕੰਮ 'ਚ ਨੇ ਉਸੇ ਬੇਦੀਨੀ ਕੀਤੀ ਵੀ ਹਜ਼ਰਤ ਉਬਾਦਾ ਬਿਨ ਸਾਮਦ ਬੇਟਾ ਉਹ ਸੀ ਜਿਹਨੇ ਮੱਕੇ ਬੈਤ ਕੀਤੀ ਸੀ, ਬੈਤ ਅਕਬਾ, ਉਹ ਉੱਥੇ ਜੀਣ ਲਈ ਆਪਨੇ ਭੇਜਿਆ ਸੀ। ਇਹਨੇ ਸੂਦੀ ਕਾਰੋਬਾਰ ਸ਼ੁਰੂ ਕਰਤਾ ਸਹੀ ਮੁਸਲਮ 'ਤੇ। ਉਹਨੇ ਉੱਠ ਕੇ ਆਖਿਆ ਅੱਲਾਹ ਦੇ ਰਸੂਲ ਨੇ ਫਰਮਾਇਆ ਕਿ ਸੂਦ ਯਾਰ ਹਰਾਮ ਹੈ। ਇਹ ਮੁਆਵੀਆ ਨੇ ਖੁਤਬਾ ਦੇ ਕੇ ਆਖਿਆ ਕਿ ਇਹ ਲੋਕ ਇਹੋ ਜਿਹੀਆਂ ਹਦੀਸਾਂ ਸੁਣਾਉਂਦੇ ਜਿਹੜੀਆਂ ਅਸੀਂ ਕੋਈ ਨਹੀਂ ਸੁਣੀਆਂ, ਬਿਲਕੁਲ ਜਾਇਜ਼ ਕਰੋ। ਉਹਨੇ ਆਖਿਆ ਆ ਪਿਆਈ ਸ਼ਾਮ, ਮੈਂ ਕਸਮ ਖਾਤੀ ਕਿ ਮੈਂ ਇਸ ਮੁਲਕ 'ਚ ਨਹੀਂ ਰਹਿਣਾ ਜਿੱਥੇ ਤੇਰੇ ਵਰਗਾ ਹੁਕਮ। ਮੈਂ ਹਜ਼ੂਰ ਦੀ ਹਦੀਸ ਸੁਣਾਉਣਾ, ਉਮਰ ਗੁਜ਼ਰੀ, ਤੂੰ ਮੂੰਹ 'ਚ ਕਹਿ ਦਿੱਤਾ ਕਿ ਕੋਈ ਨਹੀਂ ਇਹਦਾ ਹਰਜ ਜਾਇਜ਼। ਉਹ ਜਿਸੇ ਮਦੀਨਾ ਆਏ, ਹਜ਼ਰਤ ਉਮਰ ਨੇ ਵੇਖਿਆ, ਪੁੱਛਿਆ ਬਾਦਾ ਤੂੰ ਇੱਥੇ? ਉਹਨੇ ਆਖਿਆ ਆਹ ਹੋਈ ਕਿ ਰਿਵਾਜ ਸ਼ੁਰੂ ਕਰਤਾ ਸਬੂਤ, ਤੇ ਮੈਂ ਹਜ਼ੂਰ ਦੀ ਹਦੀਸ ਸੁਣਾਈ। ਉਹਨੇ ਆਖਿਆ ਕੋਈ ਨਹੀਂ, ਐਵੇਂ ਨਾ ਹਦੀਸਾਂ ਬਣਾਈਆਂ, ਮੇਰੀ ਗੱਲ ਹੀ ਨਹੀਂ ਸੁਣੀ। ਆਂਦਾ ਮੇਰੀ ਰਾਜ ਕੋਈ। ਹਜ਼ਰਤ ਉਮਰ ਨੇ ਫਿਰ ਹੁਕਮ ਲਿਖਿਆ ਕਿ ਚਲੋ ਬਾਦਾ ਉੱਥੇ ਇਹਨੂੰ ਲਿਖਿਆ ਕਿ ਤੂੰ ਹਜ਼ਰਤ ਉਬਾਦਾ 'ਤੇ ਕੋਈ ਅਮੀਰ ਨਹੀਂ, ਅਮੀਰ ਇਹ ਜੋ ਕਵੇ ਉਹ ਕਰਨਾ ਹੀ, ਕੰਨੋਂ ਫੜ ਕੇ ਆ ਮਾਰੂ। ਉਹਦੇ ਜ਼ਮਾਨੇ ਚੂੰ ਨਹੀਂ ਕੀਤੀ। ਹਜ਼ਰਤ ਉਮਰ ਜੀ ਜਦੋਂ ਹਜ਼ਰਤ ਉਸਮਾਨ ਦਾ ਜ਼ਮਾਨਾ ਆਇਆ ਫਿਰ ਖੋਲ ਖੇਲਿਆ, ਉਹਨਾਂ ਦਾ ਕੰਟਰੋਲ ਹੀ ਕੋਈ ਨਹੀਂ ਸੀ। ਹਜ਼ਰਤ ਅਲੀ ਜਦੋਂ ਗਏ ਆ, ਉਹ ਪੜ੍ਹਨਾ ਚਾਹੀਦਾ ਕਿ ਲੋਕ ਪਿੱਠੇ ਕਿ ਅਲੀ ਇਹਨੂੰ ਜਾ ਕੇ ਉਸਮਾਨ ਨੂੰ ਸੁਣਾ, ਜਾ ਕੇ ਆਖਿਆ ਉਸਮਾਨ ਰਜ਼ੀ ਤੂੰ ਸਾਡੇ ਨਾਲ ਦਾ ਮੁਸਲਮਾਨ ਆ, ਜੋ ਦੀਨ ਅਸੀਂ ਹਜ਼ੂਰ ਕੋ ਸੁਣਿਆ, ਕਿਹੜੀ ਗੱਲ ਨਵੀਂ ਤੈਨੂੰ ਮੈਂ ਦੱਸਾਂ, ਮਗਰ ਜੋ ਮੁਲਕ 'ਚ ਹੋ ਰਿਹਾ ਕੀ ਅੰਧੇਰ ਮਚਿਆ। ਮੁਆਵੀਆ ਦਾ ਹਜ਼ਰਤ ਉਸਮਾਨ ਨੇ ਆਖਿਆ ਵੀ ਉਹ ਹਜ਼ਰਤ ਉਮਰ ਦੇ ਜ਼ਮਾਨੇ ਦਾ। ਉਹਨਾਂ ਆਖਿਆ ਉਮਰ ਦਾ ਹਵਾਲਾ ਤੂੰ ਕਾਹਦਾ ਦੇਣਾ ਕਿ ਉਮਰ ਦੇ ਜ਼ਮਾਨੇ 'ਚ ਉਹਦਾ ਗੁਲਾਮ ਕੰਬਰ ਨਹੀਂ ਸੀ, ਉਹਦੇ ਕੋਲ ਉਹਨਾਂ ਡਰਦਾ ਜਿੰਨਾ ਮੁਆਵੀਆ ਡਰਦਾ। ਹੁਣ ਉਹ ਹਾਲ ਹੈ, ਜੋ ਮਰਜ਼ੀ ਕਰਦਾ, ਤੂੰ ਕੁਛ ਵੀ ਨਹੀਂ ਕਹਿ ਸਕਦਾ, ਤੂੰ ਉਮਰ ਦਾ ਕਾਹਦਾ ਹਵਾਲਾ ਦੇਣਾ। ਇਸ ਤੋਂ ਹਜ਼ਰਤ ਉਮਰ ਨੂੰ ਬਿਲਕੁਲ ਬੇਟਾ ਅਲੱਗ ਰੱਖਣਾ ਚਾਹੀਦਾ। ਬੰਦੇ ਠੀਕ ਹੈ, ਗਲਤੀਆਂ ਵੀ ਹੋ ਜਾਂਦੀਆਂ, ਮਗਰ ਹੋਰ ਕਿਸਮ ਦਾ ਆਦਮੀ। ਹਾਂ ਉਹ ਕੀ ਕਰਦੇ? ਰਸੂਲਾਂ ਨੇ ਕਈਆਂ ਨੂੰ ਕੀਤਾ, ਬਿਲਕੁਲ ਪਤਾ ਸੀ ਵੀ ਬੰਦੇ ਇਹੋ ਜਿਹੇ ਅਮਰ ਬਿਨ ਆਸ ਨੂੰ ਭੇਜਿਆ ਗਜ਼ਵਾ ਜ਼ਾਤ ਸਲਾਸਲ ਦਾ ਅਮੀਰ ਬਣਾ ਕੇ, ਐਸੇ ਅਮਰ ਨੂੰ ਨਾਲ ਅਬੂ ਬਕਰ ਉਮਰ ਨੂੰ ਮਾਤਹਿਤ ਕਰਕੇ ਭੇਜਿਆ। ਪਿੱਛੋਂ ਹਜ਼ਰਤ ਅਬੂ ਬੈਦਾ ਬਿਨ ਜਰਾਹ ਨੂੰ ਭੇਜਿਆ ਇਹਦੀ ਇਮਦਾਦ ਲਈ। ਉਸ ਵੇਲੇ ਕਿਉਂਕਿ ਲਾਲਚ ਦੇ ਭਰੇ ਸੀ, ਉਹ ਹਜ਼ਰਤ ਅਬੂ ਬੈਦਾ ਜਿਸੇ ਗਏ ਉਹ ਇਮਾਮਤ ਕਰਾਉਣ ਲੱਗੇ ਨੇ ਆਖਿਆ ਨਹੀਂ ਇਮਾਮਤ ਮੈਂ ਕਰਾਊਂ। ਯਾਨੀ ਉਹ ਜਲੀਲੁਲ ਕਦਰ ਸਾਹਬੀ ਪਹਿਲਾਂ ਦਾ ਇਮਾਮਤ ਲਈ ਅੱਗੇ ਨਹੀਂ ਆਉਂਦਾ। ਉੱਥੇ ਪੈ ਚਲੀ ਖੱਪ। ਹਜ਼ਰਤ ਅਬੂ ਬਕਰ ਉਮਰ ਨੇ ਆਖਿਆ ਅਬੂ ਬੈਦਾ ਜਾਣਦੇ ਯਾਰ ਇਹ ਇਕਤਦਾਰ ਦੇ ਭੁੱਖੇ ਖਾਹ ਮਖਾਕਾਂ ਨੂੰ ਫਤੂਰ ਪੈਣਾ, ਇਹਨੂੰ ਸਰਦਾਰ ਮੰਨ ਲਿਆ। ਮਗਰ ਕੰਮ ਇਹਨਾਂ ਨੇ ਨਹੀਂ ਚੰਗੇ ਕੀਤੇ।
ਖਾਲਿਦ ਨੂੰ ਭੇਜਿਆ, ਉਹਨੇ ਬਨੂ ਜਜ਼ੀਮਾ ਦਾ ਕਬੀਲਾ ਹੀ ਮਾਰ ਦਿੱਤਾ। ਹਜ਼ੂਰ ਨੇ ਹੱਥ ਉਠਾ ਕੇ ਆਖਿਆ ਜਾ ਅੱਲਾ ਜੋ ਕੁਛ ਇਹਨੇ ਕੀਤਾ ਮੈਂ ਇਸ ਤੋਂ ਬੇਜ਼ਾਰ। ਉਹ ਪੁਰਾਣੇ ਇਹਨਾਂ ਦੇ ਦਿਮਾਗਾਂ ਨੂੰ ਜਾਂਦੀ ਨਹੀਂ ਸੀ ਚੌਧਰ ਜਿਹੜੀ। ਖਾਲਿਦ ਨੇ ਪੂਰਾ ਮੁਸਲਮਾਨ ਦਾ ਕਬੀਲਾ ਮਾਰ ਦਿੱਤਾ। ਜੇ ਤੋਂ ਹਜ਼ਰਤ ਅਬਦੁੱਲਾ ਬਿਨ ਉਮਰ ਅਬੂ ਕਤਾਦਾ ਨਾਰਾਜ਼ ਹੋ ਕੇ ਆ ਗਿਆ ਵੀ ਸਾਡੇ ਸਾਹਮਣੇ ਅਜ਼ਾਨਾਂ ਦਿੱਤੀਆਂ, ਨਮਾਜ਼ਾਂ ਪੜ੍ਹੀਆਂ, ਇਹਨੇ ਬੇਗੁਨਾਹ ਮਾਰ ਦਿੱਤਾ। ਹਜ਼ਰਤ ਅਲੀ ਨੂੰ ਭੇਜਿਆ, ਫਿਰ ਹਜ਼ੂਰ ਨੇ ਫਿਰ ਭੇਜਿਆ ਵੀ ਜਾ ਕੇ ਉਹਨਾਂ ਦੇ ਸਾਰੇ ਪੈਸੇ ਦੇ। ਉਹ ਜਿੰਨੇ ਮਾਰੇ ਗਏ ਸੀ ਉਹਨਾਂ ਵਿਚਾਰਿਆਂ ਦੀ ਖੂਨ ਬਹਾ ਦਿੱਤੇ, ਮੁਆਵਜ਼ਾ ਦਿੱਤਾ, ਨਾਲ ਆਪਨੇ ਦੁਆ ਕੀਤੀ। ਬੁਖਾਰੀ ਸ਼ਰੀਫ ਕਿ ਅੱਲਾ ਮੈਂ ਇਸ ਤੋਂ ਅਲੱਗ ਜੋ ਇਹਨੇ ਕੀਤਾ। ਬਾਅਦ ਹਜ਼ਰਤ ਬਕਰ ਦਾ ਜ਼ਮਾਨਾ ਆਇਆ, ਫਿਰ ਇੱਕ ਕਬੀਲਾ ਮੁਕਾਤਾ। ਫਿਰ ਹਜ਼ਰਤ ਉਮਰ ਆਖਿਆ ਮੈਂ ਇਹਨੂੰ ਨਹੀਂ ਛੱਡਣਾ। ਉਹ ਹਜ਼ਰਤ ਅਬੂ ਬਕਰ ਦੇ ਟਾਲ ਟੁੱਟ ਗਏ। ਹਜ਼ਰਤ ਉਮਰ ਨੇ ਬਹਿੰਦਿਆਂ ਪਹਿਲਾ ਪਰਵਾਨਾ ਜਾਰੀ ਕੀਤਾ ਕਿ ਇਹਨੂੰ ਇੱਕ ਦਿਨ ਵੀ ਮੈਂ ਰੱਖਾਂ ਤਾਂ ਮੈਂ ਖੁਦਾ ਦੀ ਅਦਾਲਤ ਮੁਜਰਮ ਹੋਊਗਾ। ਇਹ ਮੁਸਲਮਾਨਾਂ ਦੀ ਕਮਾਂਡ ਕਰਨ ਦੇ ਕਾਬਲ ਹੈ। ਜਿੱਥੇ ਜਾਂਦਾ ਮੁਸਲਮਾਨ ਚੁੱਕ ਕੇ ਉਹ ਮਾਰੇ। ਇਹ ਹੁਣ ਬੜਾ ਦੱਸਦੇ ਜੀ ਫਲਾਨਾ ਹੁਕਮ ਮੰਨ ਲਿਆ। ਕੌਣ ਆਂਦਾ ਹੁਕਮ ਮੰਨਿਆ ਸੀ? ਕਿਉਂ ਝੂਠ ਬੋਲਦੇ ਜੀ? ਇਹ ਖੜਾ ਹੋ ਗਿਆ, ਇਹਨੇ ਆਖਿਆ ਉਮਰ ਨੇ ਮੇਰੇ ਨਾਲ ਬੜੀ ਜ਼ਿਆਦਤੀ ਕੀਤੀ ਹੈ, ਮੈਂ ਮੁਲਕ ਫਤਿਹ ਕੀਤੇ, ਹੁਣ ਦਮਿਸ਼ਕ ਵੀ ਫਤਿਹ ਕਰ ਰਿਹਾ ਸੀ, ਮੈਨੂੰ ਐਨ ਮੌਕਾ ਦੇਤਾ। ਉਹ 'ਤੇ ਇੱਕ ਮੁਸਲਮਾਨ ਉੱਠ ਖੜਾ ਆਇਆ, ਉਹਨੇ ਆਖਿਆ ਬਹਿ ਜਾ, ਮੁਸਲਮਾਨਾਂ 'ਚ ਫਿਤਨਾ ਨਾ ਪਾ, ਜੋ ਅਮੀਰੁਲ ਮੋਮਿਨ ਦਾ ਹੁਕਮ ਉਹਨੂੰ ਮੰਨ, ਅਸੀਂ ਨਹੀਂ ਇਹ ਸੁਣਨਾ ਚਾਹੁੰਦੇ। ਤੂੰ ਕੌਣ ਹੈ ਉਮਰ ਦੇ ਫੈਸਲੇ ਦੇ ਖਿਲਾਫ ਬੋਲਣ ਵਾਲਾ? ਫਿਰ ਕਹਿਣ ਲੱਗਾ ਨਹੀਂ ਉਮਰ ਦੇ ਹੁੰਦਿਆਂ ਫਿਤਨਾ ਕੀ ਪੈਣਾ। ਉਹਨੇ ਆਖਿਆ ਬਹਿ, ਫਿਰ ਉਮਰ ਦੇ ਹੁੰਦਿਆਂ ਨਹੀਂ ਫਿਤਨਾ ਪੈਣਾ। ਫਿਰ ਹਿੰਮਤ ਚਲਾ ਗਿਆ, ਉੱਥੇ ਗੁਮਨਾਮੀ ਦੀ ਮੌਤ ਮਰ ਗਿਆ। ਅਤੇ ਗੱਲਾਂ ਲੋਕਾਂ ਨੇ ਲੁਕਾਈਆਂ ਜਾਲੀ ਬਣਾ ਕੇ ਨਾ, ਕਿਉਂਕਿ ਹੁਕੂਮਤ ਇਹਨਾਂ ਦੇ ਹੱਥ ਆ ਗਈ, ਆਪਣੀਆਂ ਬਣਾਉਂਦੇ ਰਿਹਾ ਕਰਾ ਕਰ। ਉਹ ਜਿਹੜਾ ਵਿਚਾਰਾ ਬਚਪਨ ਤੋਂ ਇਸਲਾਮ ਦੀ ਮਰਦਾ ਰਿਹਾ ਉਹਦਾ ਗੁੰਮ ਹੀ ਕਰ, ਉਹਨੂੰ ਉਲਟਾ ਮੁਜਰਮ ਬਣਾ ਦਿੱਤਾ ਕਿ ਉਹਨੇ ਪਨਾਹ ਦਿੱਤੀ ਸੀ ਕਾਤਲਾਂ ਨੂੰ, ਫਲਾਂ ਕੀਤਾ ਸੀ। ਉਹ ਕਾਤਲ ਵੀ ਪਿਓ ਪਤਾ ਕੀਤਾ, ਐਡੀਆਂ ਦਾੜੀਆਂ, ਉਹ ਕਾਤਲ ਪਤਾ ਕੀਤਾ। ਉਹ ਉਸਮਾਨ ਦੇ ਬਰਾਬਰ ਦੇ ਨਹੀਂ, ਉਹ ਬੈਤੇ ਰਿਜ਼ਵਾਨ ਵਾਲੇ ਨਹੀਂ, ਉਹ ਸਾਹਬਾ ਨਹੀਂ। ਕਿਹਨੂੰ ਮੁਜਰਮ ਬਣਾਈ ਫਿਰਦੇ? ਜੇ ਏਡੇ ਸਾਹਬਾ ਦੇ ਆਸ਼ਕ, ਉਹਨਾਂ ਨੂੰ ਬਿਲਕੁਲ ਨਾ ਬੋਲੋ ਕਾਤਲਾਂ ਦੇ ਖਿਲਾਫ। ਉਹ ਸਾਰੇ ਹਜ਼ਰਤ ਉਸਮਾਨ ਦੀ ਤਰ੍ਹਾਂ ਦੇ ਬੜੇ ਬੜੇ ਚੋਟੀ ਦੇ ਸਾਹਬ। ਹਜ਼ਰਤ ਜਹਾਜ਼ਾ ਗਫਾਰੀ ਨੇ ਪੁੱਤ ਉੱਠ ਕੇ ਮੈਂਬਰ ਤੋਂ ਖੋ ਕੇ ਸੋਟਾ ਤੋੜ ਕੇ ਆ ਮਾਰਿਆ, ਦੇਖਿਆ ਉੱਤਰ ਗਲਤ ਬਿਆਨੀਆਂ ਕਰ। ਇਹ ਕੌਣ? ਬੈਤੇ ਰਿਜ਼ਵਾਨ ਕਰਨ। ਔਰ ਹਜ਼ਰਤ ਉਮਰ ਦੀਨ ਦਾ ਮੌਲਾ, ਉਹਨਾਂ ਦਾ ਆਜ਼ਾਦ ਕੀਤਾ ਗੁਲਾਮ ਅਬਦੁਰਰਹਿਮਾਨ ਬਿਨ ਉਦੈਸ ਕੌਣ ਹੈ ਜਿਹੜਾ ਸਾਰੀ ਦੁਨੀਆ ਨੂੰ ਨਾ ਪੜ੍ਹਨਾ ਨਾ ਲਿਖਣਾ, ਕਿਤਾਬਾਂ ਲਾਤੀਆਂ, ਕੁਰਸੀਆਂ ਪੜ੍ਹ ਕੇ ਅੰਨੇ ਤੁਰੇ ਫਿਰਦੇ ਪ੍ਰੋਫੈਸਰ ਵੀ ਦੇ। ਬਈ ਹਦੀਸਾਂ ਪੜ੍ਹੋ, ਸਹਾਬਾ ਦੇ ਹਾਲਾਤ ਦੀਆਂ ਕਿਤਾਬਾਂ ਪੜ੍ਹੋ। ਬੰਦੇ ਕੌਣ ਹੈ ਜਿਨ੍ਹਾਂ ਨੇ ਘੇਰਾ ਪਾਇਆ? ਕੋਈ ਸ਼ਰਾਰਤੀ ਨਹੀਂ, ਕੋਈ ਹਰਾਮੀ ਨਹੀਂ, ਬੜੇ ਬੜੇ ਮੁਤਕੀ ਔਰ ਪਰਹੇਜ਼ਗਾਰ, ਕੁਰਾਨ ਦੇ ਆਲਮ। ਉਹਨਾਂ ਦਾ ਨਾਂ ਹੀ ਬੇਟਾ ਕੁਰਾ ਸੀ। ਕਿ ਕੌਣ ਆਏ ਸੀ? ਹਰ ਸ਼ਹਿਰ 'ਚ ਜਿਹੜੇ ਕਾਰੀ ਬੈਠੇ ਸੀ, ਬਸਰੇ ਕੂਫੇ, ਉਹ ਆ ਗਏ ਮਸਜਿਦਾਂ ਛੱਡ ਕੇ ਕਿ ਹਜ਼ਰਤ ਉਸਮਾਨ ਨੇ ਕੀ ਕਰਨ ਡਿਆ ਤੂੰ? ਉਹਨਾਂ ਨੂੰ ਕਰਨੀਆਂ ਦਿੱਤੀਆਂ ਜਿਹੜੇ ਦੁਸ਼ਮਣ ਰਹੇ ਸੀ ਇਸਲਾਮ ਦੇ। ਔਰ ਕੀ ਉਹਨਾਂ ਨੇ ਉਦਮ ਮਚਾਇਆ? ਇਸ ਤੋਂ ਮਦੀਨਾ ਸ਼ਰੀਫ ਸਾਰਾ ਛੱਡ ਕੇ ਬਹਿ ਗਏ ਮੁਹਾਜਰ ਅਨਸਾਰ। ਵਰਨਾ ਉਹ 600 ਬੰਦਾ ਜਿਹੜਾ ਸੀ ਉਹਨਾਂ ਦੀ ਮਜਾਲ ਸੀ, ਬੋਟੀਆਂ ਉਡਾ ਦਿੰਦੇ ਹਨ। ਇਹ ਸਭ ਨੇ ਸਮਝਿਆ ਵੀ ਗੱਲ ਠੀਕ ਹੈ, ਕਿਉਂ ਇਹਨੇ ਬੰਦੇ ਮੁਕਰ ਕੀ? ਕੋਈ ਸ਼ਰਾਬ ਪੀਂਦਾ, ਕੋਈ ਕੁਛ ਕਰ। ਮੈਂ 12:40 12 ਆ ਜਾ ਕਰੋ, ਆ ਜਾਏਗਾ। ਅੱਲਾਹ ਖੁਸ਼ ਰੱਖੇ। ਬਸ ਸਭ ਲੋਕ ਇਲਮ ਦੀ ਤਲਾਸ਼ 'ਚ ਆਓ, ਹਰ ਬੰਦਾ ਲੱਭੇ ਕਿ ਸਿੱਖਣਾ। ਮਿਲ ਜੂ ਇਨਸ਼ਾਅੱਲਾ। ਇਹ ਨਿਆਜ਼ੀ ਸਾਹਿਬ ਐਡੇ ਬੁੱਧੂ ਨਹੀਂ ਸੀ ਗਵਰਨਰ। ਇਹਨਾਂ ਸਾਰਿਆਂ ਨੇ ਵੇਖ ਲਿਆ ਵੀ ਜਿਹੜੇ ਬੈਤੁਲ ਮਾਲ ਲੁੱਟੇ ਆ ਜਾਗੀਰਾਂ। ਅਲੀ ਤੇ ਐਸਾ ਆਦਮੀ ਹੈ ਕਿ ਉਮਰ ਦੀ ਤਰ੍ਹਾਂ ਇਹ ਆਪਣੇ ਪੁੱਤ ਨਾਲ ਨਰਮੀ ਕਰਨ ਵਾਲਾ। ਅਗਰ ਹਕੂਮਤ ਬਣ ਗਈ, ਕਾਤਲਾਂ ਦੀ ਵਾਰੀ ਤੇ ਬਾਅਦ 'ਚ ਆਉਣੀ ਆ, ਸਾਨੂੰ ਇਹਨੇ ਕੁਟਹਿਰੇ 'ਚ ਖੜਾ ਕਰ ਲੈਣਾ। ਔਰ ਇਸ ਤੋਂ ਬੜੇ ਮਸ਼ਵਰਾ ਦਿੰਦੇ ਰਹੇ ਬਈ ਇਹਨਾਂ ਨੂੰ ਰਹਿਣ ਦੇ। ਗਵਰਨਰ ਕੁਛ ਸਾਲ ਬਾਅਦ ਤੇ ਹੁਕੂਮਤ ਹਟਾਈ। ਉਹ ਫਰਮਾਇਆ ਕਿ ਮੈਂ ਇਹਨਾਂ ਜ਼ਾਲਮਾਂ ਨੂੰ, ਜਿਨ੍ਹਾਂ ਦੇ ਉਸਮਾਨ ਦੇ ਜ਼ਮਾਨੇ 'ਚ ਅਸੀਂ ਇhtਜਾਜ ਇੱਕ ਦਿਨ ਵੀ ਰੱਖਾਂ, ਖੁਦਾ ਨੂੰ ਜਵਾਬ ਕੀ ਦਊਂਗਾ? ਮੈਂ ਚੰਦ ਰੋਜ਼ਾ ਹੁਕੂਮਤ ਬਦਲ ਕਰ ਇੱਕ ਦਿਨ ਨਹੀਂ ਬਰਦਾਸ਼ਤ ਕਰਾਂ। ਮਾਂ ਕੁੰਤ ਮੁਤਖਿਜ਼ਲ ਮੁਜ਼ਿਲੀਨਾ ਆਜ਼ੁਦਾ, ਮੈਂ ਜ਼ਾਲਮੋਂ को अपना नहीं मददगार बना। हुकूमत जाए ना जाए है। और वो बंदे भेजे बेटा ਜਿਹੜੇ ਜਿਨ੍ਹਾਂ ਦੀ ਹੱਕ ਤਲਫੀ ਸੀ। ਮਦੀਨੇ ਵਾਲਿਆਂ ਦਾ ਜਿਹੜਾ ਹੱਕ ਮਾਰਿਆ ਸੀ, ਸਾਲ ਬਿਨ ਹੁਨੈਫ ਗਿਆ, ਉਸਮਾਨ ਬਿਨ ਹੁਨੈਫ ਗਿਆ, ਸਾਰੇ ਬੜੇ ਚੋਟੀ ਦੇ ਸਾਹਬ ਚਾਰਜ ਹੀ ਨਹੀਂ ਦਿੱਤਾ। ਕੂਫੇ ਵਾਲਾ, ਬਸਰੇ ਵਾਲਾ ਵੀ ਜਿਹੜਾ ਸੀ ਅਬਦੁੱਲਾ ਬਿਨ ਆਮਰ, ਬੈਤੁਲ ਮਾਲ ਲੁੱਟਿਆ ਸਾਰਾ ਸਰਕਾਰੀ ਖਜ਼ਾਨਾ ਪਿਓ ਦੀ ਹਜ਼ਰਤ ਆਇਸ਼ਾ ਦੀ ਜੰਗ ਜਾ ਕੇ ਹਾਲਾਤ। ਇਸ ਤੋਂ ਵੀ ਹਜ਼ਰਤ ਆਇਸ਼ਾ ਦੀ ਜਿਹਦੀ ਟੱਕਰ ਕਰਾਓ ਜਾਂ ਅਲੀ ਜਾਂਦਾ ਰਹੂ, ਇਹ ਮੁਆਵੀਅਤ ਸੇਫ ਰਹੂ। ਹਜ਼ਰਤ ਅਲੀ ਉਧਰ ਨੂੰ ਟੁਰੇ, ਰਾਜ ਖਬਰ ਮਿਲੀ ਵੀ ਉਹ ਤੇ ਬਸਰੇ ਲਸ਼ਕਰ ਚਲਾ ਗਿਆ। ਆਪ ਨੇ ਫਰਮਾਇਆ ਤਲਾ ਜ਼ੁਬੈਰ ਨੇ ਇਸਲਾਮ ਨਾਲ ਬਹੁਤ ਜ਼ਿਆਦਤੀ ਕੀ। ਇਹ ਰੱਖਣਾ ਪਿਆ ਸੀ, ਚੁੰਬਰ ਨਿਕਲ ਜਾਣਾ ਸੀ, ਵਿੱਚ ਇਹ ਵੜ ਗਏ। ਉਹ ਐਸੀ ਜੰਗ ਹੋਈ ਬੇਰਾਕੀ, ਅੱਧੇ ਉਧਰੋਂ ਮਰ ਗਏ, ਅੱਧੇ ਇਰਾਕੀ ਫਿਰ ਮੁਤਫਿਕ ਹੀ ਨਹੀਂ ਹੋ ਸਕੇ। ਬਸਰਾ ਹਜ਼ਰਤ ਆਇਸ਼ਾ ਨਾਲ ਸੀ, ਕੂਫਾ ਹਜ਼ਰਤ ਅਲੀ। ਐਸੀ ਚਾਲ ਚੱਲੀ, ਵਿੱਚ ਮਰਵਾਨ ਵੜਿਆ ਔਰ ਮਰਵਾਨ ਨੇ ਹਜ਼ਰਤ ਅਲਾ ਨੂੰ ਤੀਰ ਮਾਰ ਕੇ ਖੁਦ ਮਾਰਿਆ। ਕਿਹੜੀ ਕਿਤਾਬ 'ਚ ਨਹੀਂ ਲਿਖਿਆ?
وہ شیخین جڑے وہ اسے تو پھڑ لیا بھی جڑا سارے لوگاں بےوقوفی کر کے اپنا کیس خراب کر لیا کہ معاویہ اور حضرت عثمان دے گورنر کا دفاع وہ لپیٹ چو بھی آ گئے بے تسی جے کر لے جے پھر یہ انہوں ہی پہلا مقرر کیتے سی جے انہوں دا مقدمہ لڑنا میرے سامنے لیاؤ جنہ مرضی سی ہاں ابو بکر عمر نو بچاؤ جنہ چجنا حکومت کی اے ہن آخری نوٹس جڑا پڑھنا نا کہ علماء اہل سنت نے نچوڑ کر کے حضرت عثمان دی حکومت کی لکھے کہ خلافت راشدہ رہی یا روح ختم ہو گئی یہ انہوں دے حوالے پڑھنے جڑا پچھلا خطبہ دا نچوڑ کہ عمر تو بعد برائے نام خلافت راشدہ سی خلیفہ ایک سی حکومت دا سارا نظام جڑا دے خلافت ختم ہو چکی خلافت کوئی نہیں رہ گئی سارے گورنر لٹ مچائی بیٹھی خزانہ لٹی جاندے سی کھائی پی جاندے حضرت حضرت علی نے جو بھیجا پروانہ حضور دی لکھی کتاب انہوں حضرت عثمان نے جڑا رد کیتا وہ صرف حضور رہا بھی انہاں سمجھا شکایتاں جھوٹیاں ورنہ حضرت عثمان بچ نہیں سکتا کوئی صورت نہیں بے جس وے حضرت علی رضی اللہ تعالیٰ نے پتہ لگا بے زکوٰۃ کلیکٹر سارے جڑے وہ تو بالکل ناجائز زکوٰۃ لے رہے حضور نے مقرر ہی نہیں کی لٹ لے جا لوگوں دا مال صحیح بخاری وہ سے محمد ابن الحنفیہ جڑے حضرت علی دے بیٹے گل اتوں شروع ہوئی بھی کسی نے آ کے نہ حضرت عثمان نو برا کیا انہیں آخیا نہ برا نہ کہو نیک سی وہ کہنے گے تیرا باپ نہیں سی برا آندا انہیں آخیا نہیں میرا باپ بالکل نہیں سی برا آندا نقطہ چینی کر لا سی جاگ برا نہیں اس وے ذکر کیتا نیازی صاحب کہ اگر میرے باپ نے برا کہنا ہوں تو اس دن برا کہندا جدن آ واقعہ ہوا اے ہن واقعہ سنو تسی آخنا توبہ 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 ایدوں بعد کی رہ گئی حضرت علی نے رسول اللہ دی کتاب سی زکوٰۃ دے احکام لکھائے وہ پئی سی فرمایا بیٹا لے عثمان نو جا کے دے بے اپنے جڑے نا زکوٰۃ دے کلیکٹراں نو کہہ بے رسول اللہ نے آ زکوٰۃ مقرر کی یہ تحت وصول کر جدوں گیا حضرت عثمان نے وہ بے ادبی کا کلمہ کیا ترجمہ کرنا اگنے آنا لے جا پرا اس کتاب انہیں لیا کے باپ نو دتی حضرت علی نے آخیا پت جی تو لئی رکھ دے جو میرا کام تھی ختم ہو اتنے محمد آندا بھی جے برا کہنا ہوندا تو اس دن لعنت پئی کہ ایڈی گل بری بھی نبی پاک دی کتاب نو ہاتھ نہیں لایا آندا لے جا پرا حضرت علی نہیں جنہاں نے قیامت پیدا کر دی جدوں حکومت انہوں نے دتی وہ مصیبت وہ کہندے رہے بھی ہن مینوں کی جندے جس راہ پہ جے ترے رہو میں جدہ اپنا آگے وقت گزاریا بڑھاپے کی مینوں خراب کرنا چاہیے کنے مینوں مننا چاہے میں مصیبت پاؤنا نہیں ہٹے دیکھ لیا بھی ہن ہور کون پہنچ چکے اگ تے لگی ہے سارے ملک وہ دے گل پاؤندیاں ہی سار کوئی جنگ نوں تر پیا کوئی تر پیا اے تے بیٹا جے رسول اللہ نے نہ ہدایتاں دتیاں ہوندیاں کہ علی تو آ کری تے وہ پریشان ہی ہو جاندا حضرت عائشہ انہوں دی ماں ہے تلا زبیر ایڈے ہے نہیں وہ ہدایتاں دسی کہ چکنا کوئی نہیں تلوار ارے شکر ہے بھی امت ہن پوری اہل حدیث فقہ سب منتے ہیں کہ علی اگر یہ جنگاں نہ لڑدا تو اسلام نہ مکمل رہ گیا باغیاں دا باپ جڑا کہ مسلمان باغی ہو جان انہاں لئی کی ہے یہ نہ قرآن سے نہ حدیث سے حضور نے جنگاں کفار نہ لڑیاں یہ صرف جتھے فقہ دا باب ویکھو باب کتاب البغات یہ ہوا قدوۃ فی ھذا الباب جو انہوں نے زخمیاں نہ کرنا جو مریا نہ کرنا جو انہوں نے مارنا علی دے فرمان جڑے بیٹا سہیل وہ دین بنیا پتہ لگا کہ حضور انہوں دس گیا سی دین دے بالکل ابو حنیفہ شافعی احمد جدوں کو پیدا ہوندے علی نہ یہ کردا پتہ کیویں لگدا کہ باغیاں نہ مسلماناں نے کی شروع کی نہیں اتنا حل ہوندے تو میں کیوں لعنت کھٹدا یہ مینوں یہ نا بالکل موت تو پہلے گل جڑی واضح کر کے مرنا اللہ تعالیٰ توفیق دے یہ پردہ بہت پہ گیا بہت پردہ پیا ٹائم اتنے جماعت کہ جڑے نبی نہ جنگاں لڑتے رہے وہ نیک بن گئے علی اور دے اولاد جڑی مجرم بنا خطبہ صرف میں ہی دیاں تو صلح ہو سکتی مینوں اگر بلایا جائے نا شیعہ بھی بہ جان سنی میں بالکل سمجھا دوں گا بھائی تسی بھی بندے دے پت پڑھو اے لوگ نبی دے دیوانے تھی انہاں دے مگر نہ پاؤ تے حضرت عثمان بھی بہت چوٹی دے بندے ہیں بہت حکومت کرن جے انہاں کو کمزوری ہوئی ہے تو چلو ایڈمنسٹریشن دا معاملہ آپ انہاں دی ذات پاک سی حضور دے زمانے چ انہاں دیاں کنیاں قربانیاں ہاں جے اتھوں بگڑے ہیں نا انہاں دے پائی اسی حامی کوئی نہیں تسی 100 واری کہو تسی لکھ واری آنے برے گل جاوے مک تے جے بریاں دی بھی صفائی دینی ہے تے پھر نال اگلے نے نیکاں نوں بھی لپیٹ لینا انہاں دے وڈیاں نوں بھی پھڑ لو نہیں یہ مننا پیا یہ مننا پیا میں تینوں دسنا جڑیاں شرح لکھیاں نہج البلاغہ دیاں جدوں وہ سوال انہاں شیعہ نے خود پیدا کیا علی انہاں نال جو لڑیا بڑھاپے چ یہ ابو بکر عمر نال کیوں نہیں لڑیا
ਉੱਥੇ ਇਹੋ ਜਵਾਬ ਖੁਦ ਦਿੱਤਾ ਕਿ ਅਬੂ ਬਕਰ ਉਮਰ ਜਿਹੜੇ ਉਹਨਾਂ ਦੇ 100 ਇਤਰਾਜ਼ ਸਾਨੂੰ ਹੋਵੇ ਮਗਰ ਉਹਨਾਂ ਦੀ ਜ਼ਿੰਦਗੀ ਦਰਵੇਸ਼ਾਨਾ, ਉਹ ਜ਼ਾਹਿਦ ਸੀ, ਫਕੀਰ ਸੀ, ਉਹਨਾਂ ਦੇ ਖਿਲਾਫ ਲੜਦਾ ਤਾਂ ਬਹਾਨਾ ਕੀ ਹੁੰਦਾ? ਉਮਤ ਸਾਰੀ ਉੱਠ ਖੜੀ ਹੁੰਦੀ ਵੀ ਯਾਰ ਤੂੰ ਸਿਰਫ ਜ਼ਾਤੀ ਇਕਤਦਾਰ ਹੀ ਲੜਿਆ। ਉਸ ਵੇ ਆਪ ਮੰਨਦੇ ਕਿ ਉਹ ਬਹੁਤ ਨੇਕ ਸੀ, ਪਾਈ ਵੀ ਨਹੀਂ ਲਈ, ਫਕੀਰ ਆਪਣੇ ਖਾਨਦਾਨ ਤੋਂ ਕਿਸੇ ਨੂੰ ਇੱਕ ਮਾਮੂਲੀ ਉਹਦਾ ਨਹੀਂ ਦਿੱਤਾ। ਇਹ 'ਚ ਮੰਨਣਾ ਪਈ ਕਿ ਉਹ ਦੋਵੇਂ ਇਸ ਤਰ੍ਹਾਂ ਦੇ ਪਾਕ। ਇਸ ਤੋਂ ਬੇਟਾ ਸਿਰਫ ਇੱਕ ਦੁਨੀਆ 'ਚ ਟੋਲਾ ਹੀ ਜਿਹੜਾ ਹੱਕ ਗੱਲ ਕਰਦਾ, ਮਗਰ ਉਹ ਵੀ ਹੁਣ ਜ਼ਰਾ ਤੇਜ਼ ਹੋ ਗਿਆ। ਉਹ ਮਸਕਤ ਉਮਾਨ ਹੈ। ਮਸਕਤ ਉਮਾਨ ਜਿਹੜੇ ਆਬਾਦੀ ਹੈ ਨਾ, ਉਹਨਾਂ ਦੀ ਤਾਰੀਖ ਠੀਕ ਹੈ, 16 ਨੇ ਸਹੀ ਹੈ। ਉਹ ਆਂਦੇ ਭਾਈ ਸੱਚੀ ਗੱਲ ਹੈ ਕਿ ਅਬੂ ਬਕਰ ਉਮਰ ਦੀ ਹੁਕੂਮਤ ਜਿਹੜੀ ਸੀ ਉਹ ਖਿਲਾਫਤ ਹੈ ਸਹੀ। ਉਸਮਾਨ 6 ਸਾਲ ਠੀਕ ਸੀ, ਫਿਰ ਉਹ ਗਾਲੀ ਹੋ ਗਿਆ, ਉਹਨੇ ਦੀਨ ਨੂੰ ਛੱਡ ਦਿੱਤਾ, ਗਲਤ ਕੰਮਾਂ 'ਚ ਪੈ ਗਿਆ। ਅਤੇ ਕੋਈ ਮਾਰਨ ਵਾਲਾ ਨਹੀਂ, ਅਸੀਂ ਉੱਠੇ ਜਿਹੜੇ ਅਸੀਂ ਦੁਨੀਆ ਦੀਨ ਦੇ ਹਾਮੀ ਸੀ, ਰਸੂਲ ਦੇ ਅਸੀਂ ਫਿਰ ਮਸਜਿਦਾਂ 'ਚ ਨਿਕਲਾ, ਅਸਾਂ ਮਾਰਿਆ ਔਰ ਮੁਹਾਜਰੀਨ ਔਰ ਅੰਸਾਰ ਦੀ ਮੌਜੂਦਗੀ 'ਚ ਮਾਰਿਆ। ਅਸੀਂ ਗਲਤ ਹੁੰਦੇ ਤੇ ਸਾਰੇ ਸਹਾਬਾ ਉਦੋਂ ਮੌਜੂਦ ਸੀ, ਇਹਨਾਂ ਨੇ ਕਿਸੇ ਨੇ ਸਭ 'ਤੇ ਇਤਰਾਜ਼ ਕੀਤਾ, ਇਹਨਾਂ ਦੇ ਸਾਹਮਣੇ ਮਾਰਿਆ ਹੈਂ ਬਿਲਕੁਲ। ਬਾਕੀਆਂ ਦੇ ਮੁਆਵੀਆ ਜਿਹੜੇ ਨੇ ਤਾਂ ਅਸੀਂ ਮੁਸਲਮਾਨ ਵੀ ਨਹੀਂ ਮੰਨਦੇ, ਇਹ ਤਾਂ ਐਵੇਂ ਸੀ ਹੈਂ। ਹਜ਼ਰਤ ਅਲੀ ਹੱਕ 'ਤੇ ਸੀ, ਉਹ ਜਦੋਂ ਆਇਆ ਅਸੀਂ ਰਾਜ਼ੀ ਹੋ ਗਏ ਕਿ ਦੁਬਾਰਾ ਅਬੂ ਬਕਰ ਉਮਰ ਦਾ ਦੌਰ ਆ ਗਿਆ। ਮਗਰ ਬਦਕਿਸਮਤੀ ਇਹ ਹੋਈ ਕਿ ਉਹਦੇ ਸਾਥੀਆਂ ਨੇ ਉਹਨੂੰ ਮਜਬੂਰ ਕਰਤਾ ਸਾਲਸੀ 'ਤੇ, ਸਾਲਸ ਮੰਨ ਲਓ ਜੀ ਮੁਆਵੀਆ ਨਾਲ। ਸਾਨੂੰ ਗੁੱਸਾ ਆ ਗਿਆ ਕਿ ਕਾਹਦੀ ਸਾਲਸੀ ਇਹਦੇ ਨਾਲ ਕਰਨੀ ਹੈ, ਬਾਗੀ ਹੈ ਤੂੰ ਅਮੀਰੁਲ ਮੋਮਿਨ, ਜੰਗ ਕਤਲ ਕਰੋ, ਸਾਡੀ ਨਹੀਂ ਮੰਨੀ, ਅਸੀਂ ਅਲੱਗ ਹੋ ਗਏ। ਉਹ ਫਿਰ ਉਹਨਾਂ ਨੇ ਤੀਸਰੀ ਇੱਕ ਖਿਲਾਫਤ ਬਣਾ ਲਈ, ਅਬਦੁੱਲਾ ਬਿਨ ਵਹਬ ਰਾਸਵੀ। ਇਹਨੂੰ ਆਉਂਦੇ ਤੁਸੀਂ ਆਪਣੇ ਖਲੀਫੇ ਲਈ, ਫਿਰ ਸਾਡਾ ਤਾਂ ਫਿਰ ਰਸਤਾ ਹੀ ਵੱਖਰਾ ਹੋ। ਅਸੀਂ ਉਹਨੂੰ ਅਮੀਰੁਲ ਮੋਮਿਨ ਬਣ ਲਿਆ। ਉਹਦੇ 'ਚ ਕੋਈ ਨਕਸ਼ ਕੱਢੋ, ਜਿਹਦੇ ਗੋਡੇ ਜਿਹੜੇ ਸੀ ਊਂਟ ਦੇ ਘੁੱਟਨਿਆਂ ਦੀ ਤਰ੍ਹਾਂ ਹੋ ਗਏ ਸਜਦੇ ਕਰ ਕਰਕੇ, ਅਸੀਂ ਉਹਨੂੰ ਆਪਣਾ ਇਮਾਮ ਮੰਨ ਲਿਆ। ਅਲੀ ਵੀ ਰਾਹ ਛੱਡ ਗਿਆ, ਮੁਆਵੀਆ ਅੱਗੇ ਨਹੀਂ ਠੀਕ। ਇਹਨਾਂ ਫਿਰ ਜਾ ਕੇ ਅਫਰੀਕਾ 'ਚ ਹਕੂਮਤ ਕਾਇਮ ਕੀਤੀ ਪਹਿਲੀ। ਇਹ ਫਿਰ ਜਿਨ੍ਹਾਂ ਨੂੰ ਮਾਰ ਕੁੱਟ ਕੀਤੀ ਹਕੂਮਤਾਂ ਜਿਹਨਾਂ ਦੀ, ਉੱਥੇ ਫਿਰ ਅਬਦੁਲ ਰਹਿਮਾਨ ਇਬਨ ਰੁਸਤਮ ਪਹਿਲੀ ਇਹਨਾਂ ਆਬਾਦੀਆਂ ਨੇ ਉੱਥੇ ਫਿਰ ਅਫਰੀਕਾ 'ਚ ਬਣਾਈ। ਔਰ ਕਈ 100 ਸਾਲ ਇਹਨਾਂ ਨੇ ਫਿਰਨਾ ਸਿਰਫ ਕੁਰਾਨ ਸੁਨਨਤ ਔਰ ਅਬੂ ਬਕਰ ਇਹ 'ਤੇ ਹਕੂਮਤ ਕਰਦੇ ਰਹੇ। ਇਹ ਸਹੀ ਇਸ ਤਰ੍ਹਾਂ ਇਹ ਨਮੂਨਾ ਬਾਕੀ ਕੁਛ ਇਹ ਬਿਲਕੁਲ ਬੇਟਾ ਨਾ ਗੱਲ ਨੂੰ ਮਲੀਆ ਮੇਟ ਕਰਨੀ, ਜਿਵੇਂ ਤਫਤੀਸ਼ ਦਾ ਰੁਖ ਬਦਲ ਲਈ ਪੁਲਿਸ, ਐਵੇਂ ਬੰਦਾ ਅਸਲ ਛੱਡ ਦੇ ਇੱਧਰ ਨੂੰ ਰੁਖ ਫੇਰ ਇੱਦਾਂ। ਅਬਦੁੱਲਾ ਬਿਨ ਸਬਾ ਸੀ, ਫਿਰ ਕਿੱਧਰ ਗਿਆ ਹੈਂ? ਸਾਰੀ ਸਲਤਨਤ ਫਤੂਰ ਪਾਉਂਦਾ ਰਿਹਾ ਅਤੇ ਇਹਨਾਂ ਦੱਸਦੇ ਆਹ ਗਵਰਨਰ ਆਉਣ ਨੂੰ ਕਰ ਦਿੰਦਾ ਸੀ। ਇਹ ਵੀ ਹਜ਼ਰਤ ਉਸਮਾਨ ਅਤੇ ਗਵਰਨਰ ਦੀ ਤਾਂ ਉਹਨਾਂ ਦੀ ਨਲਾਇਕੀ ਹੈ ਅਤੇ ਬਜਾਏ ਉਹਨੂੰ ਫਾਂਸੀ ਦੇਣ ਦੇ ਕੁੱਤੇ ਨੂੰ ਜੇ ਕੋਈ ਹੈਗਾ ਸੀ ਸ਼ਹਿਰ ਨੂੰ ਕੱਢਤਾ, ਉੱਥੇ ਅੱਗ ਲਾਵੇ, ਉਹ ਲਾਤੀ ਅਗਲੇ 'ਚ ਕਰਤਾ, ਕੁਛ ਵੀ। ਔਰ ਬਾਅਦ 'ਚ ਦੱਸਦੇ ਨਹੀਂ ਉਹ ਕਿੱਧਰ ਗਿਆ। ਫਿਰ ਅਸਮਾਨ ਉਹਨੂੰ ਉਠਾ ਲਿਆ, ਜ਼ਮੀਨ ਨਿਕਲੀ, ਬਣਾਉਟੀ ਗਿਆ। ਇਹ ਸ਼ੁਕਰ ਹੈ ਅਬਦੁਰਰਹਿਮਾਨ ਅਲ-ਮਾਲਮੀ ਜਿਹੜੇ ਸਾਡੇ ਅਹਿਲ ਹਦੀਸ ਆਲਮ ਸੀ ਨਾ ਯਮਨ, ਉਹਨੇ ਬਹੁਤ ਅੱਛੇ ਤਰੀਕੇ ਨਾਲ ਲਿਖਿਆ। ਜਦੋਂ ਪਰਵੇਜ਼ੀਆਂ ਨੇ ਆਖਿਆ ਨਾ ਸੁਨਨਤ ਦੇ ਮੁਨਕਰ ਜਿਹੜੇ ਸੀ ਮਿਸਰ ਕਿ ਤੁਸੀਂ ਕਿਹੜਾ ਦੀਨ ਲਈ ਫਿਰ ਅਲ-ਕੈਦੁ ਸਿਆਸੀ ਨਾਂ ਰੱਖਿਆ, ਕਿਆ ਭਰਿਆ ਮੱਕਾਰੀ ਦੇ ਤੌਰ 'ਤੇ ਅਬਦੁੱਲਾ ਬਿਨ, ਉਹਨੇ ਆਖਿਆ ਭਾਈ ਅੱਲਾ ਜਜ਼ਾਏ ਖੈਰ ਦੇਤਾ ਹੁਸੈਨ ਨੂੰ ਕਿ ਉਹਨੇ ਇਸ ਅਫਸਾਨੇ 'ਚੋਂ ਹਵਾ ਕੱਢ ਦਿੱਤੀ ਹੈ, ਔਰ ਜਜ਼ਾਏ ਖੈਰ ਦੇਵੇ ਕਿ ਉਹਨੇ ਬਿਲਕੁਲ ਵਾਜ਼ੇ ਕੀਤਾ। ਕੋਈ ਅਬਦੁੱਲਾ ਬਿਨ ਸਬਾ ਨਹੀਂ, ਕੋਈ ਗਲਤੀਆਂ ਹਜ਼ਰਤ ਉਸਮਾਨ ਦੀਆਂ ਸੀ, ਮੁਸਲਮਾਨ ਉੱਠੇ ਸੀ, ਸਾਹਬਾ ਉਹਦੇ ਖਿਲਾਫ ਉੱਠੇ, ਕਿਸੇ ਯਹੂਦੀ ਦਾ ਕੋਈ ਦਖਲ ਨਹੀਂ। ਇਹ ਹਦੀਸ ਆਲਮ ਦੀ ਪਈ ਐਡਾ ਵੱਡਾ ਜਿਹਨੇ ਕਈ ਜਲਦਾਂ ਅਸਰੀ ਸਾਹਿਬ ਹੋਰਾਂ ਵੀ ਰੱਖੀਆਂ। ਮਾਰੇ ਅਬਦੁਰਰਹਿਮਾਨ ਬਿਨ ਅਲ-ਮੁਅੱਲਮੀ ਨੂੰ ਪੁੱਛ ਲਓ, ਬਣਾਉਟੀ ਗੱਲ। ਉਮਰ ਬਿਨ ਅਬਦੁਲ ਅਜ਼ੀਜ਼ ਨੂੰ ਬਿਲਕੁਲ ਨਜੀਬ ਮੰਨਦੇ ਕਿ ਬਨੋ ਉਮਈਆ 'ਚ ਅਗਰ ਕੋਈ ਸ਼ਰੀਫ ਦਾ ਪੈਦਾ ਹੋਇਆ ਤੇ ਉਹਨੇ ਬਹੁਤ ਅਸਲ ਕੀਤੀ। ਆਪਣੇ ਵੱਡਿਆਂ ਦੇ ਧੋਣੇ ਧੋਤੇ, ਹਕੂਮਤ ਸੰਭਾਲਦੇ, ਜਾਗੀਰਾਂ ਖੋਹ ਲਈਆਂ, ਹਜ਼ਾਰਾਂ ਮੁਰੱਬਾ ਇੱਕ ਇੱਕ ਬਨੋ ਉਮਈਆ ਦੇ ਸ਼ਹਿਜ਼ਾਦੇ ਦਾ, ਆਪਣੀਆਂ ਵੀ ਖਤਮ, ਉਹ ਵੀ ਖੋਈਆਂ। ਵਜ਼ੀਫੇ ਇਹਨਾਂ ਦੇ ਬੰਦ, ਰਈਅਤ ਨਾਲ ਅਦਲੋ ਇਨਸਾਫ ਕਿ ਪਾਈ ਮੈਨੂੰ ਮਿਲਣੀ ਅਤੇ ਪਾਈ ਮੁਦੱਸਰ ਨੂੰ ਮਿਲਣੀ। ਇਹਨੇ ਬਿਲਕੁਲ ਸਹੀ ਨਿਜ਼ਾਮ ਹਕੂਮਤ ਕਾਇਮ ਕਰਤਾ। ਬਹੁਤ ਨੇਕ ਜਾਣਦੇ, ਬਿਲਕੁਲ ਬਿਲਕੁਲ ਉਹਨਾਂ ਨੂੰ ਮੰਨਦੇ ਕਿ ਭਾਵੇਂ ਮਰਵਾਨ ਦਾ ਪੋਤਾ, ਮਗਰ ਉਹਨੇ ਇਨਸਾਫ ਕੀਤਾ। ਸਿਰਫ ਬੱਚਾ ਉਹਦੇ 2 ਸਾਲ ਹੈ ਜਿਹਦੇ 'ਚ ਹਜ਼ਰਤ ਅਲੀ 'ਤੇ ਲਾਹਨਤ ਰੁਕੀ ਹੈ। ਇਹ ਜਿਹੜੀ ਹੁਣ ਅਸੀਂ ਆਖਰ 'ਤੇ ਪੜ੍ਹਦੇ ਉਹਦੀ ਸੁਨਨਤ ਕਿ ਉਹਨੇ ਜੀ ਬੈਨ ਅੱਲਾਹ ਯਾਮੁਰ ਬਿਲ ਅਦਲ ਵਲ ਇਹਸਾਨ व ईताए ज़िल क़ुरबा। उम्मत ने खलीफा राशिद होने पर वरना पहला ये थी कि अल्लाह अली मन हब्बाऊ कि अली यार उससे मोहब्बत रखने वालों पर लान। और इसलिए ईद का खुतबा मुआविया को पहला करना पाया भी लोग तो उठ के चले जाते, कोई बकवास नहीं सुन सकी, वो पहला कर रहा भी नमाज पढ़ के ही जाना। इबन हज़म बेचारा आप लिखता भी कदा ही उत्थे यार खुतबे इन्हां दे सुनते, अली और इबन ज़ुबैर ते लानत करना दीन है। उन्हें रंज च आके सौ शियां का ला ना लाए ना हो, जो उन पर लानत करते थे अल्लाह इन पर लानत करे। और की कहना सी, खेल बना छड्या ना जी। मैं ना जो पढ़िए इमाम अहमद फरमाउंदे आ, इबन हजर फरमाउंदा भी दफ्तर हदीस से वेख लो जिन्ने सही और हसन हसनदान अली दे फजाइल आए किसी दे भी
ਔਰ ਉਹਦੀ ਵਜ੍ਹਾ ਬੇਟਾ ਇਹ ਹੀ ਹੈ ਵੀ ਚੂੰਕਿ ਹਜ਼ੂਰ ਨੂੰ ਪਤਾ ਸੀ ਇਸ ਤੋਂ